ਸਾਹਿਬ ਜੀ। ਗੁਰਪੂਰਾ ਜਿਨ ਸਿਮਰਿਆ ਸਈ ਪਹੇ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਤੁਰਕ ਦੁਸ਼ਟ ਸਭ ਸ਼ੈ ਕੀਏ ਹਰ ਨਾਮ ਉਚਾਰਾ। ਜਬ ਹੀ ਜਾਤ ਤਰਬੇਣੀ ਪਹੇ ਪੁੰਨ ਦਾਨ ਦਿਨ ਕਰਤ ਬਤਏ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਖੈ ਭਵ ਲਇਓ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕਉ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਨਾਨਕ ਨਾਮ ਤਿਨਾ ਕਉ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਪਤਿਤ ਪਾਵਨ ਜਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਅਤਿਅੰਤ ਮਿਹਰ ਸਦਕਾ ਇਹ ਸਤ ਸੰਗਤ ਦਾ ਪਵਿੱਤਰ ਸੁਭਾਗ ਸਮਾਂ ਦਾਸਰਿਆਂ ਨੂੰ ਪ੍ਰਾਪਤ ਹੋਇਆ ਹੈ। ਪੰਥਵਾਲੀ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਆਗਮਨ ਗੁਰਪੁਰਬ ਹੈ। ਮਹਾਰਾਜ ਜੀ ਦੇ ਪੁਰਬ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਨੇ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕੀਤਾ। ਹਜ਼ੂਰ ਦੀ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਸਮੇਤ ਸ਼੍ਰੀ ਜਪਜੀ ਸਾਹਿਬਾਂ ਜੀ ਦੇ ਮਹਾਰਾਜ ਜੀ ਨੇ ਨਿਰਵਿਘਨਤਾ ਸਹਿਤ ਸੰਪੂਰਨਤਾ ਕਰਵਾਈ। ਭਾਈ ਗੁਰਦਾਸ ਜੀ ਦਾ ਕਥਨ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ।
ਸਮਾਂ ਤਾਂ ਆਪਣੀ ਚਾਲ ਨਾਲ ਲੰਘਦਾ ਹੀ ਜਾਂਦਾ ਹੈ ਤੇ ਇਹ ਕਿਸੇ ਦੇ ਰੋਕਿਆਂ ਰੁਕਦਾ ਨਹੀਂ। ਮਹਾਰਾਜ ਜੀ ਨੇ ਸਾਨੂੰ ਸਮੇਂ ਨੂੰ ਸਫਲ ਕਰਨ ਵਾਸਤੇ ਹਜ਼ੂਰ ਨੇ ਸਿੱਖਿਆ ਦਿੱਤੀ ਹੈ। ਸਤਿਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ ਮਹਾਰਾਜ ਜੀ ਨੇ ਆਪ ਉਤਸ਼ਾਹ ਅਤੇ ਚਾਅ ਸਤਿਗੁਰਾਂ ਜੀ ਨੇ ਸਭਨਾਂ ਨੂੰ ਬਖਸ਼ਿਸ਼ ਕੀਤਾ ਤੇ ਤਨ ਕਰਕੇ ਮਨ ਕਰਕੇ ਧਨ ਕਰਕੇ ਮਹਾਰਾਜ ਜੀ ਨੇ ਸਭਨਾਂ ਕੋਲੋਂ ਸੇਵਾਵਾਂ ਲਈਆਂ। ਸੱਚੇ ਪਾਤਸ਼ਾਹ ਹਜ਼ੂਰ ਸਭ ਦੀ ਸੇਵਾ ਆਪਣੇ ਦਰ ਗਰੀਬ ਨਵਾਜ ਪ੍ਰਵਾਨ ਕਰਨ। ਸੱਚੇ ਪਾਤਸ਼ਾਹ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ। ਮਹਾਰਾਜ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦੇ ਆਏ ਹੋਏ ਪਵਿੱਤਰ ਸ਼੍ਰੀ ਮੁਖਵਾਕ ਦੀ ਥੋੜ੍ਹੇ ਸਮੇਂ ਲਈ ਕਥਾ ਹੋਵੇਗੀ। ਮਹਾਰਾਜ ਜੀ ਦਾ ਪਵਿੱਤਰ ਜੀਵਨ ਸੰਖੇਪ ਰੂਪ ਵਿੱਚ ਆਪਾਂ ਸਰਵਣ ਕਰਾਂਗੇ, ਕਿਉਂਕਿ ਸੱਚੇ ਪਾਤਸ਼ਾਹ ਦਾ ਜੀਵਨ ਬਹੁ ਪੱਖੀ ਹੈ। ਬਹੁਤ ਵਿਦਵਾਨਾਂ ਨੇ ਜਦੋਂ ਅਨਮਤੀਆਂ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜੀਵਨ ਪੜ੍ਹਿਆ, ਲਾਲਾ ਦੌਲਤ ਰਾਏ ਨੇ ਸਤਿਗੁਰੂ ਜੀ ਦਾ ਜਸ ਲਿਖਦਿਆਂ ਹੋਇਆ ਆਖਿਆ ਕਿ ਮੈਂ ਸਤਿਯੁਗ ਦੇ ਅਵਤਾਰਾਂ ਦੀ ਕਥਾ ਪੜ੍ਹੀ, ਫਿਰ ਮੈਂ ਤ੍ਰੇਤੇ ਦੇ ਅਵਤਾਰਾਂ ਦੀ ਕਥਾ ਪੜ੍ਹੀ, ਦੁਆਪਰ ਦੇ ਅਵਤਾਰਾਂ ਦੀ ਪੈਗੰਬਰਾਂ ਦੀ ਕਥਾ ਪੜ੍ਹੀ, ਪਰ ਕਹਿੰਦੇ ਜਦੋਂ ਕਲਯੁਗ ਦੇ ਵਿੱਚ ਹੋਏ ਗੁਰੂ ਨਾਨਕ ਸਾਹਿਬ ਜੀ ਦਾ 10ਵਾਂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜੀਵਨ ਪੜ੍ਹਿਆ, ਲਾਲਾ ਦੌਲਤ ਰਾਏ ਕਹਿੰਦਾ ਏ ਮੈਨੂੰ ਨਹੀਂ ਪਤਾ ਕਿ ਮੇਰੀ ਕਲਮ ਨੇ ਕਦੋਂ ਲਿਖ ਦਿੱਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੇ ਲਈ ਸੰਸਕ੍ਰਿਤ ਦੇ ਇੱਕ ਵਿਦਵਾਨ ਨੇ ਕਿਹਾ, महाराज आपका इस धरती पर आना इन जीवों के लिए धन्य है। जिस आसमान ने आपको देखा है वो समा आसमान भी धन्य है। जिस धरती ने आपके चरणों को परसा है वो धरती भी धन्य है। जिस माता के साकाश से आपका परदुर्भ हुआ है महाराज वो माता श्री गुजर कौर जी भी धन्य है। सच्चे पातशाह धन गुरु गोबिंद सिंह साहब जी महाराज हजूर का जीवन एक आकाश विच लिशकदी हुई बिजली की तरह है, जिस दे विच बड़ी गड़गड़ाहट है। सच्चे पातशाह का संसारक जीवन शरीरक जीवन बहुत छोटा है भावें, पर सतगुरु जी ने एडे वड्डे कारज कीते, इन्नियां खड़े मत्थे कुर्बानियां दित्तियां जो किसी पीर पैगंबर दे हिस्से नहीं आईयां। सतगुरु जी का संसारी विरसा भी इन्ना अमीर है जिहड़ा किसी पीर पैगंबर दे हिस्से नहीं आया। आप जी दे पूर्वज धन गुरु रामदास सच्चे पातशाह जी महाराज आप गुरु नानक साहब की गद्दी दे मालक हैं। सच्चे पातशाह जी दे दादा सतगुरु धर्मवीर मीरी पीरी दे मालक गुरु हरगोबिंद साहब सच्चे पातशाह जी महाराज आप जी दे सत्कारयोग पिता जिन्हों ने तिलक ते जंजू की खातर धन गुरु तेग बहादुर साहब जी महाराज अपने शीश का बलिदान दिता। आप जी दे 4 साहबजादे जो धर्म लई जूझते हुए वीर गति नूं प्राप्त होए। एडा अमीर विरसा किसी होर दे हिस्से नहीं आया। गुरुदेव का पवित्र अवतार ये महाराज जी ने हजूर ने बचित्र नाटक विच अपनी कलम तो लिखिया। महाराज जी ने जिथे कहा अब जन्म कथनं कि हुण असीं अपने जन्म की कथा कहिंदे हां, ते हजूर ने अपनी कलम नाल लिखिया अब मैं अपनी कथा बखानो तप साधत जिह बिद मुहियानो। हुण असीं अपनी कथा कहने हां जिस तरीके नाल
ਸਾਨੂੰ ਇਸ ਸੰਸਾਰ ਵਿੱਚ ਵਾਹਿਗੁਰੂ ਜੀ ਨੇ ਭੇਜਿਆ। ਇਹ ਬਹੁਤ ਵਿਸਥਾਰ ਹੈ, ਆਪਾਂ ਸੂਖਸ਼ਮ ਰੂਪ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਨੇ ਹੇਮਕੁੰਡ ਪਰਬਤ ਦਾ ਜ਼ਿਕਰ ਕੀਤਾ, ਆਪਣੇ ਮਾਤਾ ਪਿਤਾ ਦੀ ਤਪੱਸਿਆ ਆਰਾਧਨਾ ਦਾ ਜ਼ਿਕਰ ਕੀਤਾ ਕਿ ਤਾਤ ਮਾਤ ਮੁਰ ਅਲਖ ਆਰਾਧਾ, ਬਹੁਬਿਧ ਜੋਗ ਸਾਧਨਾ ਸਾਧਾ। ਲਗਾਤਾਰ 26 ਸਾਲ ਤੇ ਕੁਝ ਮਹੀਨੇ ਬਾਬਾ ਬਕਾਲਾ ਸਾਹਿਬ ਵਿੱਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭੋਰਾ ਸਾਹਿਬ ਵਿੱਚ ਹਜ਼ੂਰ ਨੇ ਬਹੁਤ ਤਪੱਸਿਆ ਘਾਲਣਾ ਕੀਤੀ। ਸ਼੍ਰੀ ਮਾਤਾ ਗੁਜਰ ਕੌਰ ਜੀ ਜੋ ਦਸਮ ਦਵਾਰ ਦੇ ਅਭਿਆਸੀ ਸੀ, ਮਾਤਾ ਜੀ ਦਸਮ ਦਵਾਰ ਵਿੱਚ ਸੁਰਤ ਚਾੜ ਕੇ ਨਾਮ ਅਭਿਆਸ ਕਰਦੇ। ਮਹਾਰਾਜ ਜੀ ਕਹਿੰਦੇ ਨੇ ਸਾਡੇ ਮਾਤਾ ਪਿਤਾ ਜੀ ਨੇ ਤਿੰਨ ਜੋ ਕਰੀ ਅਲਖ ਕੀ ਸੇਵਾ, ਨਾ ਲਖੇ ਜਾਣ ਵਾਲੇ ਵਾਹਿਗੁਰੂ ਦੀ ਐਡੀ ਵੱਡੀ ਜਦੋਂ ਸੇਵਾ ਕੀਤੀ, ਇੰਨੀ ਬੰਦਗੀ ਕੀਤੀ, ਇੰਨਾ ਨਾਮ ਜਪਿਆ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਸਾਡੇ ਪਿਤਾ ਜੀ ਦੀ ਬੰਦਗੀ, ਸਾਡੇ ਮਾਤਾ ਜੀ ਦੀ ਬੰਦਗੀ ਵੇਖ ਕੇ ਵਾਹਿਗੁਰੂ ਜੀ ਪ੍ਰਸੰਨ ਹੋ ਗਏ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਜੀ ਪ੍ਰਸੰਨ ਹੋਏ ਤੇ ਫਿਰ ਸਾਡੇ ਪਿਤਾ ਸਤਿਗੁਰਾਂ ਜੀ ਨੇ ਇਹ ਬੇਨਤੀ ਰੂਪ ਵਿੱਚ ਸ਼ਬਦ ਕਹੇ ਸੀ ਕਿ ਆਪ ਸਾਡੇ ਗ੍ਰਹਿ ਵਿਖੇ ਆ ਕਰਕੇ ਅਵਤਾਰ ਧਾਰੋ। ਮਹਾਰਾਜ ਜੀ ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਤਪੱਸਿਆ ਸਾਧਦਿਆਂ ਹੋਇਆਂ ਨੂੰ ਬੁਲਾਇਆ। ਮਹਾਰਾਜ ਜੀ ਨੇ ਲਿਖਿਆ ਕਿ ਇਸ ਧਰਤੀ 'ਤੇ ਵਾਹਿਗੁਰੂ ਨੇ ਬਹੁਤ ਪਹਿਲਾਂ ਪੀਰ ਪੈਗੰਬਰ ਭੇਜੇ। ਸਤਿਗੁਰਾਂ ਜੀ ਨੇ ਉਹਨਾਂ ਦੀ ਬਾਬਤ ਵੱਖਰਾ ਵੱਖਰਾ ਜ਼ਿਕਰ ਕੀਤਾ ਹੈ ਕਿ ਕਿਵੇਂ ਦੇਵਤੇ ਬਣਾਏ, ਕਿਵੇਂ ਬ੍ਰਹਮਾ, ਫਿਰ ਕਿਵੇਂ ਵਿਸ਼ਨੂੰ। ਇਹ ਸਾਰਿਆਂ ਦਾ ਮਹਾਰਾਜ ਜੀ ਜ਼ਿਕਰ ਕਰਦਿਆਂ ਹੋਇਆਂ ਦੇਵਤਿਆਂ ਦੀ ਬਾਬਤ ਕਿਹਾ ਤੇ ਇਹ ਕਹੇ ਕਰੋ ਹਮਾਰੀ ਪੂਜਾ, ਹਮ ਬਿਨ ਔਰ ਨ ਠਾਕੁਰ ਦੂਜਾ। ਦੇਵਤੇ ਕਹਿੰਦੇ ਅਸੀਂ ਹੀ ਪਰਮੇਸ਼ਰ ਹਾਂ। ਬ੍ਰਹਮਾ ਆਪ ਕੋ ਪਾਰ ਬ੍ਰਹਮ ਬਤਾਇਓ। ਬ੍ਰਹਮਾ ਕਹਿੰਦਾ ਮੈਂ ਹੀ ਪਾਰ ਬ੍ਰਹਮ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿਨ ਤਿਨ ਆਪਣਾ ਰਾਹ ਚਲਾਇਓ। ਜਿਨਨੇ ਥੋੜ੍ਹੀ ਥੋੜ੍ਹੀ ਵਾਹਿਗੁਰੂ ਤੋਂ ਸ਼ਕਤੀ ਪਾਈ, ਉਹਨੇ ਆਪੋ ਆਪਣਾ ਹੀ ਵੱਖਰਾ ਰਸਤਾ ਚਲਾ ਲਿਆ। ਮਹਾਰਾਜ ਕਹਿੰਦੇ ਜਦੋਂ ਇਹ ਹਾਲਤ ਹੋ ਗਈ ਨਾ, ਫਿਰ ਸਤਿਗੁਰੂ ਜੀ ਕਹਿੰਦੇ ਆ ਤਪ ਸਾਧਤ ਹਰ ਮੋਹੇ ਬੁਲਾਇਓ, ਇਮ ਕਹਿ ਇਹ ਲੋਕ ਪਠਾਇਓ। ਸਾਨੂੰ ਤਪੱਸਿਆ ਸਾਧਦਿਆਂ ਹੋਇਆਂ ਨੂੰ ਵਾਹਿਗੁਰੂ ਜੀ ਨੇ ਫਿਰ ਬੁਲਾਉਣਾ ਕੀਤਾ ਤੇ ਮਹਾਰਾਜ ਜੀ ਨੇ ਉਸ ਸਮੇਂ ਦੀ ਸੱਚਖੰਡ ਵਿੱਚ ਹੋਈ ਵਾਰਤਾ ਕਹੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਫਿਰ ਸਾਨੂੰ ਹੁਕਮ ਕੀਤਾ, ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਾਹੇ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਨੇ ਸਾਡੀ ਸਾਜਨਾ ਕੀਤੀ ਹੈ। ਕਿਸੇ ਪੀਰ ਪੈਗੰਬਰ ਨੂੰ ਵਾਹਿਗੁਰੂ ਨੇ ਆਪਣਾ ਪੁੱਤਰ ਨਹੀਂ ਕਿਹਾ। ਮਹਾਰਾਜ ਜੀ ਕਹਿੰਦੇ ਆ ਸਾਨੂੰ ਵਾਹਿਗੁਰੂ ਜੀ ਨੇ ਇਹ ਸ਼ਬਦ ਕਹੇ ਹੈ ਕਿ ਮੈਂ ਆਪਣਾ ਸੁਤ ਤੋਹੇ ਨਵਾਜਾ, ਤੇ ਪੰਥ ਦੀ ਉਤਪਤੀ ਲਈ ਅਸੀਂ ਤੁਹਾਡੀ ਸਾਜਨਾ ਕਰਨ ਲੱਗੇ ਹਾਂ ਤੇ ਧਰਤੀ 'ਤੇ ਜਾ ਕਰਕੇ ਧਰਮ ਨੂੰ ਚਲਾਓ ਜਥਾ ਸ਼ਕਤ। ਤੇ ਜਿਹੜੇ ਲੋਕ ਖੋਟੀ ਮੱਤ ਧਾਰਨ ਕਰ ਚੁੱਕੇ ਹੈ, ਖੋਟੀ ਮੱਤ ਉਹਨਾਂ ਦੀ ਨਾਸ਼ ਕਰ ਦਿਓ, ਜ਼ੁਲਮ ਦਾ ਨਾਸ਼ ਕਰ ਦਿਓ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਜੀ ਨੇ ਸਾਨੂੰ ਇਹ ਆਗਿਆ ਕੀਤੀ ਤੇ ਫਿਰ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਮਹਾਰਾਜ ਜੀ ਕਹਿੰਦੇ ਅਸੀਂ ਹੱਥ ਜੋੜ ਕੇ ਖਲੋ ਗਏ, ਬੇਨਤੀ ਕੀਤੀ ਵਾਹਿਗੁਰੂ ਜੀ ਉਦੋਂ ਹੀ ਪੰਥ ਜਗਤ ਵਿੱਚ ਚੱਲੇਗਾ ਜਦੋਂ ਆਪ ਕਿਰਪਾ ਕਰਕੇ ਸਹਾਈ ਹੋਵੋਗੇ। ਫਿਰ ਮਹਾਰਾਜ ਜੀ ਕਹਿੰਦੇ ਆ ਵਾਹਿਗੁਰੂ ਜੀ ਨੇ ਸਾਡੇ 'ਤੇ ਇਹ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਤੇ ਸਾਨੂੰ ਹੁਕਮ ਕੀਤਾ, ਤਿੰਨ ਪ੍ਰਭ ਜਬ ਆਇਸ ਮੋਹਿ ਦੀਆ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਜੀ ਨੇ ਸਾਨੂੰ ਆਗਿਆ ਕੀਤੀ, ਇਹ ਮਹਾਰਾਜ ਪਟਨਾ ਸਾਹਿਬ ਦੀ ਬੋਲੀ ਦਾ ਸਤਿਕਾਰ ਕੀਤਾ, ਤਿੰਨ ਪ੍ਰਭ ਜਬ ਆਇਸ ਮੋਹਿ ਦੀਆ। ਜਦੋਂ ਵਾਹਿਗੁਰੂ ਜੀ ਨੇ ਸਾਨੂੰ ਆਗਿਆ ਦਿੱਤਾ, ਬੋਲੀ ਵਿੱਚ ਤਾਂ ਆਗਿਆ ਦਿੱਤੀ ਹੈ ਨਾ, ਪਰ ਉੱਥੇ ਸਥਾਨਕ ਬੋਲੀ ਬੋਲਦੇ ਆਗਿਆ ਦਿੱਤਾ। ਮਹਾਰਾਜ ਕਹਿੰਦੇ ਤਬ ਹਮ ਜਨਮ ਕਲੂ ਮੈਂ ਲੀਆ। ਉਦੋਂ ਅਸੀਂ ਕਲਯੁਗ ਦੇ ਵਿੱਚ ਅਵਤਾਰ ਧਾਰਨ ਲਈ ਮਹਾਰਾਜ ਕਹਿੰਦੇ ਤਿਆਰ ਹੋਏ।
ਮਹਾਰਾਜ ਜੀ ਨੇ ਆਪਣੇ ਮਨ ਦੀ ਰਾਏ ਵੀ ਲਿਖੀ ਹੈ। ਹਜੂਰ ਨੇ ਕਿਹਾ, ਚਿਤ ਨਾ ਭਇਓ ਹਮਰੋ ਆਵਨ ਕਹਿ। ਇਸ ਮਾਤ ਲੋਕ ਵਿੱਚ ਸਾਡਾ ਆਉਣ ਨੂੰ ਦਿਲ ਨਹੀਂ ਸੀ ਕਰਦਾ, ਪਰ ਮਹਾਰਾਜ ਕਹਿੰਦੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਮਿਲੀ ਹੋਈ ਸੀ। ਸਾਡਾ ਦਿਲ ਨਹੀਂ ਸੀ ਕਰਦਾ ਵਾਹਿਗੁਰੂ ਜੀ ਨੂੰ ਛੱਡ ਕਰਕੇ, ਤੇ ਅਸੀਂ ਉਸ ਸੁਰਤ ਦਾ ਆਨੰਦ ਛੱਡ ਕਰਕੇ ਤੇ ਇਸ ਮਾਤ ਲੋਕ ਵਿੱਚ ਆਈਏ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੁਕਮ ਮੰਨਣਾ ਭਲਾ ਹੁੰਦਾ ਨਾ, ਇਸ ਕਰਕੇ ਪਰਮੇਸ਼ਰ ਦਾ ਹੁਕਮ ਪਾ ਕਰਕੇ ਮਹਾਰਾਜ ਜੀ ਨੇ ਕਿਹਾ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਮਹਾਂਪੁਰਖਾਂ ਦੀ, ਸਾਧੂਆਂ ਦੀ ਰੱਖਿਆ ਕਰਨ ਲਈ, ਧਰਮ ਨੂੰ ਸਥਾਪਿਤ ਕਰਨ ਲਈ ਅਤੇ ਦੁਸ਼ਟਾਂ ਦੀ ਮੁੱਢ ਤੋਂ ਹੀ ਜੜ ਪੁੱਟਣ ਲਈ ਮਹਾਰਾਜ ਕਹਿੰਦੇ ਭਾਈ ਸਾਡਾ ਇਸ ਧਰਤੀ 'ਤੇ ਆਉਣਾ ਹੋਇਆ। ਜਦੋਂ ਹਜੂਰ ਨੇ ਆਪਣੀ ਕਥਾ ਕਹੀ, ਸਿੱਖਾਂ ਨੇ ਕਿਹਾ ਮਹਾਰਾਜ ਜਿੰਨੇ ਵੀ ਅਵਤਾਰ ਹੋਏ ਹੈ ਉਹਨਾਂ ਤੋਂ ਬਾਅਦ ਉਹਨਾਂ ਦੇ ਸੇਵਕਾਂ ਨੇ ਉਹਨਾਂ ਦੀ ਕਥਾ ਕਹੀ ਹੈ। ਮਹਾਰਾਜ ਤੁਹਾਡਾ ਵੀ ਕੋਈ ਸੇਵਕ ਆਪ ਦੀ ਕਥਾ ਲਿਖ ਦੇਵੇਗਾ। ਮਹਾਰਾਜ ਜੀ ਕਹਿੰਦੇ ਸਿੱਖੋ, ਜਿਨ੍ਹਾਂ ਸੇਵਕਾਂ ਨੇ ਆਪਣੇ ਪੀਰ ਪੈਗੰਬਰਾਂ ਦੀ ਕਥਾ ਲਿਖੀ ਹੈ ਨਾ, ਉਹ ਸ਼ਰਧਾ ਦੇ ਭਾਵ ਵਿੱਚ ਆ ਕਰਕੇ ਆਪਣੇ ਪੀਰ ਪੈਗੰਬਰ ਨੂੰ ਉਹਨਾਂ ਨੇ ਪਰਮੇਸ਼ਰ ਤੋਂ ਵੀ ਵੱਧ ਕੇ ਲਿਖ ਦਿੱਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਕਰਕੇ ਸਾਨੂੰ ਕੋਈ ਪਰਮੇਸ਼ਰ ਤੋਂ ਵੱਧ ਕਰਕੇ ਨਾ ਪਰਮੇਸ਼ਰ ਦੇ ਬਰਾਬਰ ਨਾ ਲਿਖੇ। ਇਸ ਕਰਕੇ ਅਸੀਂ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਕਥਾ ਆਪ ਲਿਖਣ ਲੱਗੇ ਹਾਂ। ਤੇ ਸਿੱਖਾਂ ਨੇ ਕਿਹਾ ਮਹਾਰਾਜ ਜਿਉਂ ਕਿਉਂਕਿ ਸਾਰੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਂਦੇ ਸੀ ਨਾ, ਤਾਂ ਮਹਾਰਾਜ ਜੀ ਨੇ ਇਹ ਸ਼ਬਦ ਕਹਿ ਦਿੱਤੇ ਸੀ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮਹਿ ਪਰ ਹੈ। ਫਿਰ ਭਾਈ ਦਇਆ ਸਿੰਘ ਸਾਹਿਬ ਨੇ ਆਖਿਆ ਸੀ ਮਹਾਰਾਜ ਸਾਰੀ ਬਾਣੀ ਵਿੱਚ ਆਪ ਜੀ ਦੀ ਸਿੱਖਿਆ ਹੈ ਕਿ ਗੁਰੂ ਤੇ ਪਰਮੇਸ਼ਰ ਇੱਕ ਰੂਪ ਹੈ। ਸਤਿਗੁਰੂ ਜੀ ਕਹਿੰਦੇ ਠੀਕ ਭਾਈ ਦਇਆ ਸਿੰਘ ਜੀ, ਇੱਕ ਰੂਪ ਹੈ, ਪਰ ਨਿਮਰਤਾ ਤੋਂ ਇਹ ਸਤਿਗੁਰੂ ਜੀ ਕਹਿੰਦੇ ਸਿੱਖਿਆ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਫਿਰ ਕੀ ਕਹੀਏ। ਮਹਾਰਾਜ ਨੇ ਕਿਹਾ ਮੋਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦ ਨ ਰੰਚ ਪਛਾਨੋ। ਮੈਨੂੰ ਵਾਹਿਗੁਰੂ ਦਾ ਦਾਸ ਜਾਣੋ। ਇਸ ਗੱਲ ਵਿੱਚ ਮਹਾਰਾਜ ਕਹਿੰਦੇ ਰੰਚਕ ਮਾਤਰ ਵੀ ਭੇਦ ਤਾਂ ਫਰਕ ਨਾ ਜਾਣੋ। ਹਜੂਰ ਨੇ ਫਿਰ ਸ਼ਬਦ ਕਹੇ ਹੈ, ਮੈਂ ਹਉ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਕਹਿੰਦੇ ਹੈ ਕਿ ਅਸੀਂ ਉਸ ਪਰਮ ਵੱਡੇ ਅਕਾਲ ਪੁਰਖ ਦੇ ਦਾਸ ਸੇਵਕ ਹਾਂ ਅਤੇ ਇਸ ਸੰਸਾਰ ਦਾ ਤਮਾਸ਼ਾ ਕੌਤਕ ਵੇਖਣ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਅਸੀਂ ਸੰਸਾਰ ਵਿੱਚ ਆਏ। ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਫਿਰ ਪਿਤਾ ਜੀ ਤੇ ਮਾਤਾ ਜੀ ਦੀ ਤਪੱਸਿਆ ਸਾਧਨਾ ਵੇਖ ਕਰਕੇ ਆਗਿਆ ਕੀਤੀ, ਅਸੀਂ ਫਿਰ ਕਲਯੁਗ ਦੇ ਵਿੱਚ ਜਦੋਂ ਜਨਮ ਧਾਰਨ ਕਰਨ ਦਾ ਤਿਆਰਾ ਕੀਤਾ, ਫਿਰ ਮਹਾਰਾਜ ਜੀ ਨੇ ਕਿਹਾ ਅਬ ਜਨਮ ਕਥਨੰ। ਮਹਾਰਾਜ ਕਹਿੰਦੇ ਹੁਣ ਜਨਮ ਦੀ ਕਥਾ ਕਹਿੰਦੇ ਆ। ਇਹ ਕਿਸੇ ਕੋਲੋਂ ਵੀ ਆਪਣੀ ਇਹ ਕਥਾ ਨਹੀਂ ਕਹੀ ਗਈ। ਮਹਾਰਾਜ ਜੀ ਆਪਣੇ ਅਵਤਾਰ ਧਾਰਨ ਤੋਂ ਪਹਿਲਾਂ ਦੱਸ ਰਹੇ ਅਸੀਂ ਕਿੱਥੇ ਸੀ, ਤੇ ਜਦੋਂ ਅਸੀਂ ਅਵਤਾਰ ਧਾਰਿਆ ਉਦੋਂ ਸਾਡੇ ਮਾਤਾ ਪਿਤਾ ਕਿੱਥੇ ਸੀਗੇ। ਮਹਾਰਾਜ ਜੀ ਨੇ ਫਿਰ ਇਹ ਪੰਕਤੀਆਂ ਕਹੀਆਂ, ਜਬ ਹੀ ਜਾਤ ਤਰਬੇਣੀ ਪਏ। ਪਰਾਏ ਰਾਗ ਵਿੱਚ ਉਹਨੂੰ ਇਲਾਹਾਬਾਦ ਮੁਸਲਮਾਨਾਂ ਨੇ ਨਾਮ ਰੱਖ ਦਿੱਤਾ ਸੀਗਾ, ਤੇ ਉੱਥੇ ਤਰਬੇਣੀ ਦਾ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ, ਉੱਥੇ ਪਵਿੱਤਰ ਅਸਥਾਨ ਵਿਦਿਆਮਾਨ ਹੈ। ਮਹਾਰਾਜ ਜੀ ਕੁਝ ਸਮਾਂ ਉੱਥੇ ਰੁਕੇ ਸੀ ਤੇ ਮਹਾਰਾਜ ਨੇ ਕਿਹਾ ਕਿ ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਜਦੋਂ ਸਾਡੇ ਪਿਤਾ ਜੀ ਮਾਤਾ ਜੀ ਤਰਬੇਣੀ 'ਤੇ ਪਹੁੰਚੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਐਸਾ ਦਾਨ ਦਾ ਮਾਇਆ ਦਾ ਖੁੱਲ੍ਹਾ ਭੰਡਾਰਾ ਵਰਤਾਇਆ ਕਿ ਸਭ ਦੀ ਗਰੀਬੀ ਰੋੜ ਦਿੱਤੀ। 8 ਪਹਿਰ ਲੰਗਰ ਚੱਲਦਾ। ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਧੁਰ ਕੀ ਬਾਣੀ ਦਾ ਅਖੰਡ ਜਾਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਉੱਥੇ ਤਰਬੇਣੀ ਵਿਖੇ ਕਰਵਾਇਆ ਸੀ ਸਿੱਖਾਂ ਤੋਂ।
ਪਹਿਲਾ ਅਖੰਡ ਜਿਹੜਾ ਜਾਪ ਹੋਇਆ ਨਾ ਬਾਣੀ ਦਾ, ਇਹ ਇਤਿਹਾਸ ਨੇ ਜ਼ਿਕਰ ਕੀਤਾ ਕਿ ਤ੍ਰਿਵੇਣੀ ਦੇ ਸਥਾਨ 'ਤੇ ਹੋਇਆ। ਗੁਰੂ ਮਹਾਰਾਜ ਸਾਹਿਬ ਨੇ ਪੰਥ ਵਾਲੀ ਸਤਿਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਇਹ ਬਾਣੀ ਦਾ ਜਾਪ ਕਰਵਾਇਆ ਸੀ। ਤੇ ਮਹਾਰਾਜ ਕਹਿੰਦੇ ਉਦੋਂ ਤਹੀਂ ਪ੍ਰਕਾਸ਼ ਹਮਾਰਾ ਭਇ, ਮਾਤਾ ਜੀ ਦੇ ਉਦਰ ਵਿੱਚ ਸਤਿਗੁਰੂ ਜੀ ਕਹਿੰਦੇ ਸਾਡਾ ਪ੍ਰਕਾਸ਼ ਹੋ ਗਿਆ। ਮਹਾਰਾਜ ਜਦੋਂ ਆਏ ਐ ਇਸ ਮਾਤ ਲੋਕ ਵਿੱਚ, ਤ੍ਰਿਵੇਣੀ ਦੇ ਸਥਾਨ 'ਤੇ ਸਤਿਗੁਰੂ ਜੀ ਮਾਤਾ ਜੀ ਦੇ ਉਦਰ ਵਿੱਚ ਆ ਗਏ। ਮਹਾਰਾਜ ਕਹਿੰਦੇ ਤਹੀਂ ਪ੍ਰਕਾਸ਼ ਹਮਾਰਾ ਭਇਓ। ਤੇ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਸਾਡਾ ਫਿਰ ਮਾਤਾ ਜੀ ਦੇ ਉਦਰ ਤੋਂ ਪ੍ਰਕਾਸ਼ ਹੋਇਆ। ਪੋਹ ਦਾ ਮਹੀਨਾ, ਸੁਦੀ ਦੀ 7ਵੀਂ ਤਰੀਕ, ਐਤਵਾਰ ਦਾ ਦਿਨ ਸੀ। ਪਹਿਰ ਰਾਤ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸ਼੍ਰੀ ਮਾਤਾ ਗੁਜਰ ਕੌਰ ਜੀ ਦੇ ਕੁੱਖ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਹੋਇਆ। ਇਹ ਏਡਾ ਸੁੱਚਾ ਤੇ ਉੱਚਾ ਲਗਨ ਹੈ, ਚਾਨਣ ਪੱਖ ਹੈ ਸਤਿਗੁਰੂ ਜੀ ਦਾ ਜਦੋਂ ਇਸ ਧਰਤੀ 'ਤੇ ਆਗਮਨ ਹੋਇਆ। ਪਟਨਾ ਸਾਹਿਬ ਦੇ ਵਿੱਚ ਬਹੁਤ ਵਧਾਈਆਂ ਹੋਈਆਂ, ਬੜੀਆਂ ਖੁਸ਼ੀਆਂ ਹੋਈਆਂ। ਅੰਮ੍ਰਿਤ ਵੇਲੇ ਇਹੋ ਜਿਹੀ ਸੁਗੰਧੀ ਵਾਲੀ ਹਵਾ ਚੱਲੀ ਜਿਹੜੇ ਸਾਰੇ ਸਰੀਰਾਂ ਨੂੰ ਛੋਹੰਦੀ ਹੋਈ ਜੀਆਂ ਦੇ ਦੁੱਖ ਤੋੜ ਗਈ। ਸਭ ਹੈਰਾਨ ਸਨ ਕਿ ਇੰਨਾ ਆਨੰਦ ਕਿਉਂ ਆ ਰਿਹਾ, ਇੰਨਾ ਸੁੱਖ ਕਿਉਂ ਆ ਰਿਹਾ। ਨਹੀਂ ਸੀ ਜਾਣਦੇ ਕਿ ਪੰਥ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦਾ 10ਵਾਂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਆਗਮਨ ਹੋਇਆ। ਗੁਰੂ ਘਰ ਵਿੱਚ ਬੜੀ ਵਧਾਈ ਵੱਜੀ। ਦਿਨ ਚੜ੍ਹਿਆ ਤੇ ਜਿੰਨੇ ਵੀ ਭਾਟ ਨਕੀਬ ਸਾਰੇ ਗਾਉਣ ਵਜਾਉਣ ਵਾਲੇ ਉਹ ਦੇਵਤੇ ਰੂਪ ਧਾਰ ਕੇ ਆਏ। ਇਹੋ ਜਿਹੀ ਉਹਨਾਂ ਨੇ ਤਾਲ ਪੂਰਿਆ, ਇਹੋ ਜਿਹਾ ਨਾਦ ਵਜਾਇਆ ਕਿ ਪਟਨਾ ਸਾਹਿਬ ਦੇ ਸਾਰੇ ਨਿਵਾਸੀਆਂ ਦੇ ਮਨ ਮੋਹੇ ਗਏ। ਵੇਖ ਵੇਖ ਕੇ ਹੈਰਾਨ ਹੁੰਦੇ ਆ। ਮਹਾਰਾਜ ਦੀ ਸਾਰੀ ਹਵੇਲੀ ਜਿਹੜੀ ਸੀ ਨਾ ਉਹ ਫੁੱਲਾਂ ਨਾਲ ਲੱਦ ਦਿੱਤੀ, ਕੰਧਾਂ ਦੇ ਉੱਤੇ ਫੁੱਲਾਂ ਦੀਆਂ ਮਾਲਾਂ ਲਟਕਾਈਆਂ। ਜਦੋਂ ਇੱਧਰ ਪੰਜਾਬ ਦੀ ਧਰਤੀ 'ਤੇ ਠਸਕੇ ਨਗਰ ਦੇ ਜਿਹੜੇ ਸੀਗੇ ਵਾਹਿਗੁਰੂ ਕੁੜਹਾਮ ਨਗਰ ਦੇ ਪੀਰ ਭੀਖਣ ਸ਼ਾਹ ਜੀ, ਇਹ ਜਦੋਂ ਨਮਾਜ਼ ਪੜ੍ਹਨ ਲੱਗੇ ਤੇ ਇਹਨਾਂ ਅੱਜ ਲਹਿੰਦੇ ਨੂੰ ਸਿਜਦਾ ਨਹੀਂ ਕੀਤੀ, ਕਿਉਂਕਿ ਮੱਕਾ ਉੱਧਰ ਜਾਣ ਕੇ ਲਹਿੰਦੇ ਨੂੰ ਸਿਜਦਾ ਕਰਦੇ ਆ ਨਾ। ਅੱਜ ਚੜ੍ਹਦੇ ਨੂੰ ਪੂਰਬ ਨੂੰ ਇਹਨਾਂ ਨੇ ਨਮਾਜ਼ ਅਦਾ ਕੀਤੀ। ਪੀਰ ਜੀ ਦੇ ਜਿੰਨੇ ਮੁਰਸ਼ਿਦ ਸੀ ਸਾਰੇ ਕਹਿਣ ਲੱਗੇ ਕਿ ਪੀਰ ਜੀ ਤੁਸੀਂ ਸ਼ਰ੍ਹਾ ਤੋੜ ਦਿੱਤੀ ਹੈ, ਮੱਕਾ ਤੇ ਇਸ ਪਾਸੇ ਹੈ, ਅੱਲਾ ਦਾ ਘਰ ਇੱਧਰ ਵੈ, ਤੁਸੀਂ ਇੱਧਰ ਨੂੰ ਕਿਉਂ ਅੱਜ ਸਿਜਦਾ ਕੀਤਾ ਹੈ। ਤੇ ਭੀਖਣ ਸ਼ਾਹ ਨੇ ਤੇ ਇਸ ਸਮੇਂ ਕਿਹਾ ਸੀ ਅੱਜ ਅੱਲਾ ਇੱਧਰ ਸਾਖਿਆਤ ਹੋ ਗਿਆ। ਆਪਣੇ 2 ਮੁਰੀਦਾਂ ਨੂੰ ਨਾਲ ਲੈ ਕੇ ਭੀਖਣ ਸ਼ਾਹ ਜੀ ਇਹ ਪ੍ਰਣ ਕਰਕੇ ਤੁਰੇ ਕਿ ਜਿੰਨਾ ਚਿਰ ਮੈਨੂੰ ਦਰਸ਼ਨ ਨਹੀਂ ਹੋਊਗਾ ਉਹਨਾਂ ਚਿਰ ਮੈਂ ਅੰਨ ਦਾ ਦਾਣਾ ਤੇ ਪਾਣੀ ਦੀ ਬੂੰਦ ਨਹੀਂ ਮੁੱਖ ਵਿੱਚ ਪਾਉਣੀ। ਤੇ ਇਤਿਹਾਸ ਨੇ ਦੱਸਿਆ 2.5 ਮਹੀਨੇ ਲੱਗ ਗਏ ਸੀ ਭੀਖਣ ਸ਼ਾਹ ਜੀ ਨੂੰ ਪਟਨਾ ਸਾਹਿਬ ਆਉਂਦਿਆਂ ਤੱਕ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗ੍ਰਹਿ ਵਿੱਚ ਨਹੀਂ ਸਨ, ਕਿਉਂਕਿ ਲੰਮਾ ਇਤਿਹਾਸ ਹੈ। ਮਹਾਰਾਜ ਰਾਜਾ ਰਾਮ ਸਿੰਘ ਜੀ ਜੋ ਜਿੱਤ ਕਰਾਉਣ ਲਈ ਉਹ ਸ਼ਰਨ ਵਿੱਚ ਪਿਆ ਸੀ ਤੇ ਮਹਾਰਾਜ ਢਾਕੇ ਬੰਗਾਲੇ ਤੇ ਅਸਾਮ ਦੇ ਦੇਸ਼ ਵਿੱਚ ਮਹਾਰਾਜ ਵਿਚਰ ਰਹੇ ਸੀਗੇ। ਹਜੂਰ ਨੂੰ ਉੱਥੇ ਸਾਹਿਬਜ਼ਾਦੇ ਦੇ ਅਵਤਾਰ ਹੋਣ ਦੀ ਖਬਰ ਮਿਲੀ ਸੀ। ਮਹਾਰਾਜ ਜੀ ਜਦੋਂ ਹਜੂਰ ਘਰੋਂ ਤੁਰਨ ਲੱਗੇ ਸਨ, ਮਹਾਰਾਜ ਨੇ ਉਦੋਂ ਸ਼੍ਰੀ ਮਾਤਾ ਨਾਨਕੀ ਜੀ ਨੂੰ ਅਤੇ ਆਪਣੇ ਮਹਿਲ ਸ਼੍ਰੀ ਮਾਤਾ ਗੁਜਰ ਕੌਰ ਜੀ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ। ਗੁਰੂ ਸਾਹਿਬ ਦਾ ਨਾਮ ਕਰਨ ਗੁਰੂ ਤੇਗ ਬਹਾਦਰ ਸਾਹਿਬ ਨੇ ਘਰੋਂ ਤੁਰਨ ਲੱਗਿਆਂ ਕਰ ਦਿੱਤਾ ਸੀ ਕਿ ਉਹਨਾਂ ਦਾ ਨਾਮ ਗੋਬਿੰਦ ਸਿੰਘ ਹੋਵੇਗਾ। ਇਹ ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜ਼ਿਕਰ ਹੈ ਕਿ ਮਹਾਰਾਜ ਨੇ ਘਰੋਂ ਤੁਰਨ ਲੱਗਿਆਂ ਕੁਝ ਬਚਨ ਕਹੇ। ਮਹਾਰਾਜ ਨੇ ਆਖਿਆ ਸੀ ਗੁਜਰ ਕੌਰ ਜੀ ਘਰ ਵਿੱਚ ਸਾਹਿਬਜ਼ਾਦੇ ਦਾ ਆਗਮਨ ਹੋਣਾ। ਆਪਣੇ ਸ਼੍ਰੀ ਮਾਤਾ ਨਾਨਕੀ ਜੀ ਨੂੰ ਆਖਿਆ ਜਿੰਨੀ ਸੇਵਾ ਹੋਈ ਰੱਜ ਰੱਜ ਕੇ ਉਹਨਾਂ ਦੀ ਸੇਵਾ ਕਰਿਓ, ਕਿਉਂਕਿ ਲੰਘਦਾ ਹੋਇਆ ਸਮਾਂ ਵੀ ਜਿਹੜਾ ਉਹਨਾਂ ਦੇ ਕਾਲ ਵਿੱਚ
ਉਹਨਾਂ ਦੇ ਸਰੀਰ ਨੂੰ ਛੋਹ ਕੇ ਬੀਤੇਗਾ, ਉਸ ਸਮੇਂ ਨੂੰ ਸਭ ਯਾਦ ਕਰਨਗੇ। ਤੇ ਮਹਾਰਾਜ ਜੀ ਨੇ ਇਹ ਬਚਨ ਕਹੇ ਸੀ ਕਿ ਕਿੱਡਾ ਵੀ ਨੁਕਸਾਨ ਕਰ ਦੇਣ, ਕਿਸੇ ਪ੍ਰਕਾਰ ਕੋਈ ਤੁਹਾਨੂੰ ਲੱਗੇ ਕਿ ਅਣਹੋਈ ਕਰ ਦਿੱਤੀ ਹੈ, ਪਰ ਕਦੇ ਉਹਨਾਂ ਨੂੰ ਝਿੜਕਣਾ ਨਾ, ਕਦੇ ਕੌੜਾ ਵਾਕ ਨਾ ਮੁਖ ਤੋਂ ਕਹਿਣਾ। ਤੇ ਮਾਤਾ ਗੁਜਰ ਕੌਰ ਜੀ ਨੇ ਆਖਿਆ ਸੀ, ਸੱਚੇ ਪਾਤਸ਼ਾਹ ਮੈਂ ਅਕਸਰ ਮਾਤਾ ਹਾਂ, ਜੇ ਮੇਰੇ ਕੋਲੋਂ ਕੋਈ ਕੌੜਾ ਵਾਕ ਕਿਹਾ ਜਾਵੇ ਅਣਜਾਣੇ 'ਚ, ਤਾਂ ਹਜੂਰ ਨੇ ਸਖਤ ਹਦਾਇਤ ਕਰਦਿਆਂ ਕਿਹਾ ਸੀ ਕਿ ਜੇ ਤੁਸੀਂ ਕੋਈ ਅਨਾਦਰ ਕੀਤਾ ਤਾਂ ਉਹ ਤੁਹਾਨੂੰ ਆਪ ਭੋਗਣਾ ਪਵੇਗਾ। ਮਹਾਰਾਜ ਜੀ ਨੇ ਐਡਾ ਸਤਿਕਾਰ ਕਰਨ ਦੀ ਆਗਿਆ ਦਿੱਤੀ ਸੀ ਸੱਚੇ ਪਾਤਸ਼ਾਹ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸਿੱਖ ਨੇ ਖਬਰ ਦਿੱਤੀ ਸੀ ਆ ਕਰਕੇ, ਕਿਉਂਕਿ ਘਰੋਂ ਖਬਰ ਭੇਜੀ ਸੀ ਕਿ ਸਤਿਗੁਰੂ ਨੂੰ ਜਾ ਕਰਕੇ ਖਬਰ ਦਿਓ ਮਹਾਰਾਜ ਜੀ ਨੂੰ ਕਿ ਘਰ ਵਿੱਚ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ। ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਹੈ। ਸਿੱਖ ਨੇ ਜਦੋਂ ਮਹਾਰਾਜ ਜੀ ਨੂੰ ਆ ਕਰਕੇ ਖਬਰ ਦਿੱਤੀ, ਸਤਿਗੁਰੂ ਜੀ ਨੇ ਆਪਣੇ ਗਲ ਵਿੱਚੋਂ ਸੁੱਚੇ ਮੋਤੀਆਂ ਦੀ ਮਾਲਾ ਉਤਾਰੀ। ਜਦੋਂ ਸਿੱਖ ਨੇ ਕਿਹਾ ਨਾ ਮਹਾਰਾਜ ਘਰ ਵਿੱਚ ਸਾਹਿਬਜ਼ਾਦੇ ਦਾ ਆਗਮਨ ਹੋਇਆ, ਮਹਾਰਾਜ ਨੇ ਮਾਲਾ ਸਿੱਖ ਦੀ ਝੋਲੀ ਪਾ ਕੇ ਬਚਨ ਕਹੇ, ਸਿੱਖਾ ਨਿਹਾਲ ਹੋਇਓ। ਮਹਾਰਾਜ ਜੀ ਨੇ ਇਹ ਬਚਨ ਕਹਿ ਕੇ ਸਿੱਖ ਨੂੰ ਗਿਆਨ ਦੀ ਬਖਸ਼ਿਸ਼ ਕਰ ਦਿੱਤੀ। ਰਾਜਾ ਰਾਮ ਸਿੰਘ ਨੇ ਤੋਪਾਂ ਚਲਾ ਕੇ ਸਤਿਗੁਰੂ ਜੀ ਦੇ ਆਉਣ ਦੀ ਖੁਸ਼ੀ ਜਿਹੜੀ ਸੀ ਉਸ ਸਮੇਂ ਜ਼ਾਹਰ ਕੀਤੀ। ਇੱਧਰ ਭੀਖਣ ਸ਼ਾਹ ਜਦੋਂ ਆਣ ਪਹੁੰਚਿਆ, ਦਰਸ਼ਨਾਂ ਦਾ ਹੱਠ ਲੈ ਕੇ ਤੇ ਹਵੇਲੀ ਦੇ ਦੁਆਰੇ ਤੇ ਬੈਠ ਗਿਆ। ਅੱਜ ਵੀ ਉਹ ਦੁਆਰਾ ਮੌਜੂਦ ਹੈ, ਪੁਰਾਤਨ ਦੁਆਰਾ। ਜਦੋਂ ਬੈਠ ਗਿਆ, ਮਾਮਾ ਕਿਰਪਾਲ ਚੰਦ ਜੀ ਨੇ ਤੇ ਸਮੇਂ ਕਿਹਾ ਕਿ ਪੀਰ ਜੀ ਲੰਗਰ ਛਕੋ, ਗੁਰੂ ਘਰ ਵਿੱਚੋਂ ਜੋ ਕੁਝ ਚਾਹੀਦਾ ਲਓ, ਪਰ ਸਾਹਿਬਜ਼ਾਦੇ ਦੀ ਅਜੇ ਆਜੂ ਕੁਝ ਦਿਨਾਂ ਦੀ ਹੈ, ਦਰਸ਼ਨ ਨਹੀਂ ਹੋ ਸਕਦੇ। ਪੀਰ ਭੀਖਣ ਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਮਾਤਾ ਜੀ ਸ਼੍ਰੀ ਮਾਤਾ ਨਾਨਕੀ ਜੀ ਬਹੁਤ ਲੰਮੇ ਸਮੇਂ ਤੋਂ ਉਡੀਕਦੇ ਸੀ ਸਤਿਗੁਰੂ ਜੀ ਦੇ ਅਵਤਾਰ ਧਾਰਨ ਨੂੰ, ਕਿਉਂਕਿ ਇਹ ਵਰਦਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਸੀ ਮਾਤਾ ਨਾਨਕੀ ਜੀ ਨੂੰ। ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਏ ਸਾਹਿਬ ਨੂੰ ਗੁਰਿਆਈ ਬਖਸ਼ਿਸ਼ ਕੀਤੀ, ਆਪ ਮਹਾਰਾਜ ਸੱਚਖੰਡ ਬਿਰਾਜਣ ਲੱਗੇ ਤੇ ਸ਼੍ਰੀ ਮਾਤਾ ਨਾਨਕੀ ਜੀ ਨੇ ਆਖਿਆ ਸੀ, ਮਹਾਰਾਜ ਜੀ ਮੇਰਾ ਪੁੱਤਰ ਤਾਂ ਜਿਹਨੂੰ ਸੰਸਾਰ ਦੇ ਵਿਹਾਰਾਂ ਦਾ ਨਹੀਂ ਪਤਾ, ਮਹਾਰਾਜ ਮੈਨੂੰ ਕੀ ਆਗਿਆ, ਹੁਣ ਸਾਡਾ ਕੀ ਹੋਊਗਾ। ਚਿੰਤਾ ਦੇ ਸਹਿਤ ਬੋਲ ਕਹੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸ਼ਾਦ ਛਕ ਹਟੇ ਸੀ। ਤੌਲੀਏ ਨੁਮਾ ਰੁਮਾਲ ਦੇ ਨਾਲ ਮਹਾਰਾਜ ਜੀ ਹੱਥ ਸੁੱਚੇ ਕਰਕੇ ਤੇ ਸਾਫ਼ ਕਰ ਰਹੇ ਸਨ, ਤੇ ਮਾਤਾ ਨਾਨਕੀ ਜੀ ਦੀ ਝੋਲੀ ਵਿੱਚੋਂ ਰੁਮਾਲ ਪਾਉਂਦਿਆਂ ਹੋਇਆਂ ਮਹਾਰਾਜ ਜੀ ਨੇ ਆਖਿਆ, ਨਾਨਕੀ ਤੇਰਾ ਪੁੱਤਰ ਜਿਨ੍ਹਾਂ ਦੀ ਬਾਬਤ ਸੋਚਦੀ ਹੈ ਕਿ ਸੰਸਾਰ ਦੇ ਵਿਹਾਰਾਂ ਦੀ ਸੁੱਧ ਨਹੀਂ, ਇਹ ਧਰਤੀ ਤੇ ਏਡੇ ਵੱਡੇ ਕਾਰਜ ਲਈ ਅਵਤਾਰ ਧਾਰਿਆ ਕਿ ਕੋਈ ਪੀਰ ਪੈਗੰਬਰ ਉਹ ਕਾਰਜ ਨਹੀਂ ਕਰ ਸਕਿਆ। ਮਹਾਰਾਜ ਜੀ ਨੇ ਕਿਹਾ ਕਿ ਇਹ ਗੁਰਿਆਈ ਦੇ ਮਾਲਕ ਹੋਣਗੇ। ਫਿਰ ਵਰਦਾਨ ਦਿੰਦਿਆਂ ਹੋਇਆਂ ਕਿਹਾ, ਨਾਨਕੀ ਤੁਹਾਡੇ ਘਰ ਦੇ ਅੰਦਰ ਐਸਾ ਮਹਾਬਲੀ ਸੂਰਬੀਰ ਪੋਤਰਾ ਅਵਤਾਰ ਧਾਰੇਗਾ ਜਿਸ ਦੀ ਸ੍ਰੀ ਸਾਹਿਬ ਦੇ ਸਾਹਮਣੇ ਜ਼ੁਲਮ ਨਾਸ਼ ਹੋ ਜਾਵੇਗਾ, ਜ਼ਾਲਮ ਟਿਕ ਨਹੀਂ ਸਕੇਗਾ। ਐਸੀ ਸੰਸਾਰ ਦੇ ਅੰਦਰ ਵੱਡੀ ਕੁਰਬਾਨੀ ਕਰਨਗੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਗੱਦੀ ਨੂੰ 4 ਚੰਨ ਲਾ ਦੇਣਗੇ। ਇਹ ਸ਼ਬਦ ਮਾਤਾ ਨਾਨਕੀ ਜੀ ਨੇ ਕੰਨਾਂ ਨਾਲ ਸੁਣੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਤੇ ਜਦੋਂ ਲੰਮਾ ਸਮਾਂ ਬੀਤ ਗਿਆ ਸੀ, ਕਦੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਣਾ, ਲਾਲ ਜੀ ਤੁਹਾਡੇ ਪਿਤਾ ਜੀ ਦੇ ਕਹੇ ਹੋਏ ਵਾਕ ਕਦੋਂ ਪੂਰੇ ਹੋਣਗੇ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਣਾ, ਮਾਤਾ ਜੀ ਪਿਤਾ ਸਤਿਗੁਰੂ ਜੀ ਦੇ ਕਹੇ ਹੋਏ ਵਾਕ ਕਦੇ ਨਾਸ਼ ਨਹੀਂ ਹੋ ਸਕਦੇ। ਸ਼ਰਧਾ ਕਰਕੇ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਫਿਰ ਕਦੇ ਪੁੱਛਣਾ, ਲਾਲ ਜੀ ਕਦੋਂ ਸਮਾਂ ਆਵੇਗਾ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਆਖਿਆ ਸੀ, ਨਾਨਕੀ ਤੁਹਾਡਾ ਸਰੀਰ ਭਾਵੇਂ ਬਿਰਧ ਹੋ ਜਾਏਗਾ, ਪਰ ਆਪਣੇ ਉਸ ਪੁੱਤਰ ਦਾ ਦਰਸ਼ਨ ਕਰੋਗੇ, ਆਪਣੇ ਪੋਤਰੇ ਦਾ।
ਤੇ ਉਹਨਾਂ ਦੀ ਜਿਸ ਸਮੇਂ ਬਹੁਤ ਵੱਡੀ ਜਿਹੜੀ ਹੈ ਉਹਨਾਂ ਦੀ ਕੁਰਬਾਨੀ, ਉਹਨਾਂ ਦਾ ਪ੍ਰਤਾਪ, ਉਹ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋਗੇ। ਤੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਮਹਾਰਾਜ ਜੀ ਨੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਨਾ, ਉਸ ਸਮੇਂ ਤੱਕ ਮਾਤਾ ਨਾਨਕੀ ਜੀ ਦਾ ਸਰੀਰ ਰਿਹਾ। ਖੰਡੇ ਬਾਟੇ ਦਾ ਅੰਮ੍ਰਿਤ ਮਾਤਾ ਨਾਨਕੀ ਜੀ ਨੇ ਵੀ ਛਕਿਆ ਸੀਗਾ। ਇਹ ਸਤਿਗੁਰੂ ਜੀ ਦੇ ਵਰਦਾਨ ਦੇ ਬਚਨ ਕਹੇ ਹੋਏ। ਫਿਰ ਸਭ ਤੋਂ ਵੱਧ ਖੁਸ਼ੀ ਮਾਤਾ ਨਾਨਕੀ ਜੀ ਨੂੰ ਸੀ ਜਦੋਂ ਸਤਿਗੁਰੂ ਜੀ ਦਾ ਅਵਤਾਰ ਹੋਇਆ। ਬਹੁਤ ਹਵੇਲੀ ਦੇ ਅੰਦਰ ਮਹਾਰਾਜ ਜੀ ਨੂੰ ਸਾਂਭ ਕੇ ਰੇਸ਼ਮੀ ਵਸਤਰਾਂ ਦੇ ਵਿੱਚ ਲਪੇਟ ਕੇ ਰੱਖਦੇ। ਤੇ ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਆ ਕੇ ਕਿਹਾ ਕਿ ਇੱਕ ਫਕੀਰ ਆਇਆ, ਉਹ ਤਾਂ ਦਰਸ਼ਨ ਕਰਨਾ ਚਾਹੁੰਦਾ ਹੈ, ਮਾਤਾ ਨਾਨਕੀ ਜੀ ਕਹਿੰਦੇ ਕਿਵੇਂ ਹੋ ਸਕਦਾ, ਸਤਿਗੁਰੂ ਜੀ ਘਰ ਨਹੀਂ ਹੈਗੇ, ਉੱਤੋਂ ਬਾਦਸ਼ਾਹ ਐਡਾ ਜ਼ਾਲਮ ਹੈ ਤੇ ਪੀਰ ਨੂੰ ਕੁਝ ਵੀ ਚਾਹੀਦਾ, ਸੋਨਾ ਚਾਂਦੀ ਸਭ ਦਿਓ, ਤੇ ਇਹ ਬੇਨਤੀ ਕਰੋ ਕਿ ਪੀਰ ਜੀ ਜਦੋਂ ਗੁਰੂ ਸਾਹਿਬ ਆ ਜਾਣਗੇ ਉਦੋਂ ਆਉਣਾ ਤੇ ਤੁਹਾਨੂੰ ਸਾਹਿਬਜ਼ਾਦੇ ਦਾ ਦਰਸ਼ਨ ਕਰਾ ਦਿਆਂਗੇ। ਤੇ ਮਾਮਾ ਕਿਰਪਾਲ ਚੰਦ ਜੀ ਫਿਰ ਬਾਹਰ ਆਏ, ਕਹਿਣ ਲੱਗੇ ਪੀਰ ਜੀ ਗੁਰੂ ਘਰ ਚੋਂ ਜੋ ਚਾਹੀਦਾ ਮੰਗ ਲਓ, ਪਰ ਸਾਹਿਬਜ਼ਾਦੇ ਦਾ ਦਰਸ਼ਨ ਨਹੀਂ ਹੋ ਸਕਦਾ। ਭੀਖਣ ਸ਼ਾਹ ਸਾਈਂ ਫਕੀਰ ਨੇ ਹੱਥ ਜੋੜ ਕੇ ਮਾਮਾ ਕਿਰਪਾਲ ਚੰਦ ਜੀ ਦੇ ਸਾਹਮਣੇ ਆਖਿਆ, ਗੁਰੂ ਕਿਆ ਸਿੱਖਾ, ਜੋ ਵੀ ਮੈਂ ਮੰਗਾ? ਕਹਿਣ ਲੱਗੇ ਹਾਂ ਜੋ ਵੀ ਮੰਗੋ। ਤੇ ਫਿਰ ਭੀਖਣ ਸ਼ਾਹ ਜੀ ਨੇ ਆਖਿਆ, ਜੇ ਤਾਂ ਜਿਨ੍ਹਾਂ ਨੇ ਅਵਤਾਰ ਧਾਰਿਆ ਉਹਨਾਂ ਦੇ ਬਰਾਬਰ ਕੋਈ ਵੀ ਚੀਜ਼ ਹੈ ਤਾਂ ਮੇਰੀ ਝੋਲੀ 'ਚ ਪਾ ਦੇ ਤੇ ਮੈਂ ਲੈ ਕੇ ਚਲੇ ਜਾਵਾਂਗਾ। ਮਾਮਾ ਕਿਰਪਾਲ ਚੰਦ ਜੀ ਨੇ ਫਿਰ ਆ ਕੇ ਦੱਸਿਆ ਕਿ ਫਕੀਰ ਦਰਸ਼ਨਾਂ ਦਾ ਹੱਠ ਕਰ ਚੁੱਕਾ ਹੈ, ਗੁਰੂ ਸਾਹਿਬ ਦੇ ਬਰਾਬਰ ਕੋਈ ਚੀਜ਼ ਹੈ ਹੀ ਨਹੀਂ, ਮੈਂ ਕੀ ਉਹਨਾਂ ਨੂੰ ਜਾ ਕਰਕੇ ਦੇਵਾਂ। ਫਿਰ ਸ਼੍ਰੀ ਮਾਤਾ ਨਾਨਕੀ ਜੀ, ਸ਼੍ਰੀ ਮਾਤਾ ਗੁਜਰ ਕੌਰ ਜੀ ਨਹੀਂ ਚਾਹੁੰਦੇ, ਪਰ ਪੀਰ ਦੇ ਹੱਠ ਅੱਗੇ ਉਸ ਕਿਹਾ ਕਿ ਮੈਂ ਨਾ ਉਹਨਾਂ ਚਿਰ ਪ੍ਰਣ ਕਰ ਚੁੱਕਾ, ਅੰਨ ਦਾ ਦਾਣਾ ਨਹੀਂ ਮੁੱਖ 'ਚ ਪਾਉਣਾ, ਨਾ ਮੈਂ ਪਾਣੀ ਦੀ ਬੂੰਦ ਮੁੱਖ ਵਿੱਚ ਪਾਉਣੀ ਹੈ। ਮਾਮਾ ਕਿਰਪਾਲ ਚੰਦ ਜੀ ਨੇ ਕਿਹਾ, ਮਾਤਾ ਜੀ ਨਾ ਹੋਵੇ ਕਿ ਫਿਰ ਪਿੱਛੋਂ ਪਛਤਾਉਣਾ ਪਵੇ, ਗੁਰੂ ਸਾਹਿਬ ਦਾ ਕੋਈ ਅਨੰਨ ਪਿਆਰਾ ਸਿੱਖ ਲੱਗਦਾ ਹੈ। ਇਹ ਸਤਿਗੁਰੂ ਜੀ ਦਾ ਘਰ ਵੈ, ਜਿੱਥੇ ਵੇਖ ਲਓ ਪੀਰ ਵੀ ਇੰਨੀ ਸ਼ਰਧਾ ਕਰਦੇ ਆ। ਜਦੋਂ ਪੀਰ ਭੀਖਣ ਸ਼ਾਹ ਦਾ ਹੱਠ ਇੰਨਾ ਜ਼ਿਆਦਾ ਵੇਖ ਕੇ ਝੁਕਣਾ ਪਿਆ ਮਾਤਾ ਜੀ ਨੂੰ, ਫਿਰ ਆਖਿਆ ਘਰ ਦੇ ਵਿਹੜੇ ਵਿੱਚ ਸੁੰਦਰ ਪਲੰਘਾ ਸਾਹਿਬ ਡੁਆਇਆ ਜਾਏ ਤੇ ਸਿੱਖਾਂ ਨੂੰ ਆਗਿਆ ਕਰੋ ਕਿ ਕੀਰਤਨ ਕਰਨ। ਇੱਕ ਸੁੰਦਰ ਹੋਰ ਪਲੰਘਾ ਸਾਹਿਬ ਉਹਦੇ ਤੇ ਵਿਛਾਈ ਕਰੋ ਤੇ ਕੀਰਤਨ ਆਰੰਭ ਕਰਵਾ ਦਿਓ, ਸਾਰੀ ਸੰਗਤ ਨੂੰ ਬੁਲਾ ਲਓ। ਪਟਨਾ ਸਾਹਿਬ ਦੀ ਸੰਗਤ ਹੁੰਮ ਹੁਮਾ ਕੇ ਆਈ, ਕਿਉਂਕਿ ਇਹਨਾਂ ਨੂੰ ਤਾਂ ਅਜੇ ਦਰਸ਼ਨ ਹੋਣੇ ਹੀ ਨਹੀਂ ਸੀਗੇ। ਭੀਖਣ ਸ਼ਾਹ ਦੇ ਬਹਾਨੇ ਸਭ ਨੂੰ ਦਰਸ਼ਨ ਹੋਣ ਲੱਗੇ। ਜਦੋਂ ਐਨ ਦੀਵਾਨ ਸਜ ਗਿਆ, ਕੀਰਤਨ ਹੋਣ ਲੱਗਾ, ਤੇ ਜਿਹੜਾ ਰੇਸ਼ਮੀ ਵਿਛਾਈ ਵਾਲਾ ਪਲੰਘਾ ਏ, ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਸ਼੍ਰੀ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚੋਂ ਉਠਾਇਆ ਤੇ ਬੜੇ ਅਦਬ ਨਾਲ ਕਦਮ ਪੱਟਦਿਆਂ ਹੋਇਆਂ ਵਿਹੜੇ ਵਿੱਚ ਆਏ। ਤੇ ਜਦੋਂ ਉਸ ਪਲੰਘੇ ਦੇ ਉੱਤੇ ਬੈਠਣ ਲੱਗੇ ਆ, ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮਾਮਾ ਕਿਰਪਾਲ ਚੰਦ ਜੀ ਨੇ ਮਨ ਤੋਂ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਮੈਂ ਇਸ ਪਲੰਘੇ ਤੇ ਬੈਠਣ ਦੇ ਯੋਗ ਨਹੀਂ, ਪਰ ਆਪ ਜੀ ਦੀ ਆਜੂ ਜਿਹੜੀ ਹੈ ਅਜੇ ਸਰੀਰਕ ਆਜੂ ਮਹਾਰਾਜ ਛੋਟੀ ਹੈ, ਇਸ ਕਰਕੇ ਆਪ ਜੀ ਨੂੰ ਗੋਦ ਵਿੱਚ ਲੈ ਕਰਕੇ ਸੱਚੇ ਪਾਤਸ਼ਾਹ ਮੈਂ ਇਸ ਪਲੰਘੇ ਤੇ ਬੈਠਣ ਲੱਗਿਆ, ਮੈਨੂੰ ਮੁਆਫ ਕਰਿਓ। ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਬੇਨਤੀ ਕਰਕੇ ਮਾਮਾ ਕਿਰਪਾਲ ਚੰਦ ਜੀ ਹਜੂਰ ਨੂੰ ਗੋਦ ਵਿੱਚ ਲੈ ਕੇ ਪਲੰਘੇ ਤੇ ਬੈਠ ਗਏ। ਫਿਰ ਭੀਖਣ ਸ਼ਾਹ ਨੂੰ ਬਾਹਰ ਖਬਰ ਦਿੱਤੀ ਕਿ ਸਾਈਂ ਜੀ ਗੁਰੂ ਸਾਹਿਬ ਦਾ ਦਰਸ਼ਨ ਕਰ ਲਓ ਆ ਕੇ। ਭੀਖਣ ਸ਼ਾਹ ਸਰਦਲ ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਅੰਦਰ ਪ੍ਰਵੇਸ਼ ਹੋਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਭੀਖਣ ਸ਼ਾਹ ਸਾਈਂ ਫਕੀਰ ਨੇ ਦਰਸ਼ਨ ਕੀਤਾ, ਮਨ ਗਦ-ਗਦ ਹੋ ਗਿਆ। ਅੱਲਾ ਸਰੂਪ ਸਤਿਗੁਰੂ ਜੀ ਦਾ ਦੀਦਾਰ ਡਿੱਠਾ, ਨੂਰੋ ਨੂਰ ਚਿਹਰਾ ਵੇਖ ਕੇ ਭੀਖਣ ਸ਼ਾਹ ਮਨ ਹੀ ਮਨ ਸਿਜਦੇ ਕਰੀ ਜਾਂਦਾ ਹੈ। ਫਿਰ ਮਨ ਵਿੱਚ ਸੋਚਦਾ ਏ ਕਿ ਐਡੇ ਸ਼ਕਤੀ ਦੇ ਮਾਲਕ ਜਿਸ ਵੀ ਪੰਥ ਦੇ ਪਿੱਠ ਤੇ ਆਪਣਾ ਹੱਥ ਧਰ ਦੇਣਗੇ ਉਹੋ ਹੀ ਰਹੂਗਾ।
ਬਾਕੀ ਤਾਂ ਸਭ ਨਾਸ਼ ਹੋ ਜਾਣਗੇ ਹੁਣ ਧਰਤੀ ਤੋਂ। ਤੇ ਮਨਾ ਹੁਣ ਵੇਖ ਹੀ ਲਈਏ ਵੀ ਇਹ ਕਿਹਨਾਂ ਨੂੰ ਆਪਣੀ ਆਸ਼ੀਰਵਾਦ ਦੇਣਗੇ, ਮੁਸਲਮਾਨਾਂ ਦੇ ਉੱਤੇ ਕਿਰਪਾ ਕਰਨਗੇ ਜਾਂ ਹਿੰਦੂਆਂ ਤੇ ਕਿਰਪਾ ਕਰਨਗੇ। ਸਾਈਂ ਭੀਖਣ ਸ਼ਾਹ ਨੇ ਆਪਣੇ ਹੱਥਾਂ ਵਿੱਚ ਨਾ ਕੁੱਜੀਆਂ 2 ਲੈ ਲਈਆਂ, ਮਨ ਵਿੱਚ ਧਾਰਨ ਕੀਤਾ ਕਿ ਇੱਕ ਹਿੰਦੂਆਂ ਦੀ ਕੁੱਜੀ ਹੈ, ਇੱਕ ਇਸਲਾਮ ਦੀ ਮੁਸਲਮਾਨਾਂ ਦੀ ਕੁੱਜੀ ਹੈ। ਹਜੂਰ ਦੇ ਅੱਗੇ ਕੀਤੀ ਤੇ ਮਨ ਵਿੱਚ ਫੁਰਨਾ ਉਠਾਇਆ। ਇਸ ਫੁਰਨੇ ਨੂੰ ਹੁਣ ਭੀਖਣ ਸ਼ਾਹ ਜਾਣਦਾ ਜਾਂ ਗੁਰੂ ਸਾਹਿਬ ਜਾਣਦੇ ਆ, ਹੋਰ ਕਿਸੇ ਨੂੰ ਕੁਝ ਨਹੀਂ ਪਤਾ। ਮਨ ਵਿੱਚ ਫੁਰਨਾ ਕਰਦਾ ਹੈ ਕਿ ਜਿਸ ਵੀ ਕੁੱਜੀ ਤੇ ਹੱਥ ਧਰ ਦਿਓਗੇ ਮੈਂ ਸਮਝ ਲਵਾਂਗਾ ਕਿ ਉਹ ਹੀ ਪੰਥ ਹੁਣ ਰਹੂਗਾ, ਬਾਕੀ ਨਾਸ਼ ਹੋ ਜਾਣਗੇ। ਸਤਿਗੁਰੂ ਜੀ ਨੇ ਭੀਖਣ ਸ਼ਾਹ ਦੇ ਮਨ ਦਾ ਫੁਰਨਾ ਜਾਣ ਕੇ ਆਪਣੇ ਮਾਮਾ ਜੀ ਦੀ ਗੋਦ ਵਿੱਚੋਂ ਉਲਟ ਕੇ ਦੋਹਾਂ ਕੁੱਜੀਆਂ ਤੇ ਮਹਾਰਾਜ ਨੇ ਹੱਥ ਧਰ ਦਿੱਤਾ। ਸੱਚੇ ਪਾਤਸ਼ਾਹ ਨੇ ਭੀਖਣ ਸ਼ਾਹ ਨੂੰ ਜਣਾ ਦਿੱਤਾ ਕਿ ਅਸੀਂ ਕਿਸੇ ਇੱਕ ਦੇ ਨਹੀਂ, ਅਸੀਂ ਸਰਬੱਤ ਦੇ ਸਾਂਝੇ ਆਏ ਹਾਂ ਇਸ ਸੰਸਾਰ ਦੇ ਅੰਦਰ। ਤਾਂ ਹੀ ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਤਖਤ ਤੋਂ ਉੱਠ ਕੇ ਆਖਿਆ ਸੀ ਤੁਮ ਪੀਰ ਸਾਚ ਕੋ ਆਹਾ, ਆਪਣੀ ਕੇਸਾਂ ਵਿੱਚ ਕੰਘਾ ਕਰਦਿਆਂ ਕੰਘੇ ਸਮੇਤ ਕੇਸਾਂ ਦੇ ਕੰਘਾ ਦੇ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਆਪਣੀ ਦਸਤਾਰ ਦੇ ਦਿੱਤੀ ਸੀ ਸੱਚੇ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਜੀ ਨੂੰ। ਆਪਣੇ ਗਾਤਰੇ ਦੀ ਕਿਰਪਾਨ ਦਿੱਤੀ ਸੀ ਸੱਚੇ ਪਾਤਸ਼ਾਹ ਨੇ। ਮਹਾਰਾਜ ਸਭ ਦੇ ਸਾਂਝੇ ਆਏ ਆ ਗਰੀਬ ਨਿਵਾਸ ਸੱਚੇ ਪਾਤਸ਼ਾਹ। ਫਿਰ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਹੋਏ, ਮਹਾਰਾਜ ਸੱਚੇ ਪਾਤਸ਼ਾਹ ਦਾ ਬਚਪਨ ਕਬੀਰਾਜ ਜੀ ਨੇ ਲਿਖਿਆ ਕਿ ਪਟਨਾ ਸਾਹਿਬ ਦੀਆਂ ਉਹ ਗਲੀਆਂ, ਰਾਣੀ ਮੈਣੀ ਜਿਹਨੂੰ ਸਤਿਗੁਰਾਂ ਨੇ ਗੋਦ ਵਿੱਚ ਬੈਠ ਕਰਕੇ ਧੰਨ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਧੰਨ ਹੀ ਹੋਊਗੀ ਨਾ ਉਹ ਰਾਣੀ ਮੈਣੀ ਜਿਸ ਦੀ ਗੋਦ ਵਿੱਚ ਪੰਥ ਵਾਲੀ ਸਤਿਗੁਰੂ ਜੀ ਨੇ ਆਪ ਬੈਠ ਕੇ ਤੇ ਮਾਂ ਕਹਿ ਕੇ ਪੁਕਾਰਿਆ ਹੋਊਗਾ। ਉੱਥੇ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਅੱਜ ਵੀ ਘੁੰਗਣੀਆਂ ਦਾ ਪ੍ਰਸ਼ਾਦ ਜਿਹੜਾ ਉਹ ਵਰਤਾਇਆ ਜਾਂਦਾ ਹੈ। ਗੁਰਦੁਆਰਾ ਕੰਗਨ ਘਾਟ ਸਾਹਿਬ, ਜਿੱਥੇ ਮਹਾਰਾਜ ਨੇ ਗੰਗਾ 'ਚ ਖੇਲਦਿਆਂ ਸਤਿਗੁਰੂ ਜੀ ਨੇ ਕੰਗਣ ਜਿਹੜਾ ਸੀ ਉਹ ਡਿੱਗ ਗਿਆ ਸੀ। ਮਾਤਾ ਜੀ ਗੋਤੇਖੋਰਾਂ ਨੂੰ ਨਾਲ ਲੈ ਕੇ ਗਏ, ਜਦੋਂ ਨਾ ਲੱਭਿਆ ਥੋੜ੍ਹਾ ਜਿਹਾ ਤਾੜ ਕੇ ਕਹਿੰਦੇ ਕਿੱਥੇ ਸੁੱਟਿਆ। ਮਹਾਰਾਜ ਨੇ ਦੂਸਰਾ ਵੀ ਹੱਥ ਵਿੱਚੋਂ ਲਾਹ ਕੇ ਸੁੱਟ ਦਿੱਤਾ ਕਿ ਆ ਉੱਥੇ ਸੁੱਟਿਆ ਸੀ। ਮਾਤਾ ਜੀ ਵੇਖ ਕੇ ਚੁੱਪ ਕਰ ਗਏ ਕਿ ਇਹਨਾਂ ਨੂੰ ਕੋਈ ਮਾਇਆ ਨਾਲ ਮੋਹ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਘਰ ਦੇ ਵਿੱਚ ਬੜੇ ਥਾਵਾਂ ਤੋਂ ਉਲਾਂਭੇ ਆਉਂਦੇ। ਜਦੋਂ ਮਹਾਰਾਜ ਗਲੀਆਂ ਵਿੱਚ ਵਿਚਰਨ ਲੱਗ ਪਏ, ਉੱਥੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਨੂੰ ਸ਼ਸਤਰ ਨੇ ਛੋਟੇ ਛੋਟੇ ਗੁਲੇਲੇ, ਮਹਾਰਾਜ ਦੇ ਛੋਟੇ ਛੋਟੇ ਤੀਰ, ਮਹਾਰਾਜ ਗੁਲੇਲੇ ਮਾਰ ਕੇ ਕੱਚੇ ਘੜੇ ਤੋੜ ਦਿੰਦੇ ਸੀ ਸੱਚੇ ਪਾਤਸ਼ਾਹ। ਮਾਤਾ ਜੀ ਨੇ ਖਫੇ ਹੋ ਕੇ ਸਭ ਨੂੰ ਗਾਗਰਾਂ ਲੈ ਦਿੱਤੀਆਂ ਤੇ ਸੱਚੇ ਪਾਤਸ਼ਾਹ ਨੇ ਫਿਰ ਤੀਰ ਘੜ ਲਏ ਗਰੀਬ ਨਵਾਜ ਨੇ, ਤੇ ਉਹ ਸੱਪਾਂ ਦੀ ਕਲਿਆਣ ਕੀਤੀ ਗਾਗਰਾਂ ਵਿੱਚ ਤੀਰ ਮਾਰ ਕਰਕੇ। ਮਾਤਾ ਜੀ ਨੇ ਫਿਰ ਕਿਹਾ ਸੀ ਕਿ ਇਸ ਖੂਹ ਦਾ ਜਲ ਹੀ ਖਾਰਾ ਹੋ ਜੇ, ਤੇ ਫਿਰ ਉਹ ਖੂਹ ਦਾ ਜਲ ਖਾਰਾ ਰਿਹਾ। ਇਹ ਵੀ ਉੱਥੇ ਸਾਖੀ ਵਿੱਚ ਦੱਸਿਆ ਜਾਂਦਾ ਹੈ ਕਿ ਫਿਰ ਜਦੋਂ ਸੰਗਤਾਂ ਨੇ ਸਥਾਨਕ ਸਾਰੇ ਆ ਕੇ ਮੁਆਫੀ ਮੰਗੀ, ਮਾਤਾ ਜੀ ਕਹਿਣ ਲੱਗੇ ਜਦੋਂ ਸਿੱਖ ਆਇਆ ਕਰਨਗੇ ਦਰਸ਼ਨ ਕਰਨ ਨੂੰ ਉਦੋਂ ਫਿਰ ਖੂਹ ਦਾ ਜਲ ਮਿੱਠਾ ਹੋ ਜਾਏਗਾ। ਇਹ ਮਾਤਾ ਜੀ ਨੇ ਬਚਨ ਕਹੇ ਸੀ। ਸੱਚੇ ਪਾਤਸ਼ਾਹ ਮਹਾਰਾਜ ਬੇਅੰਤ ਸਾਖੀਆਂ ਨੇ ਬਚਪਨ ਦੀਆਂ। ਮਹਾਰਾਜ ਜੀ ਜਦੋਂ ਸਤਿਗੁਰੂ ਜੀ ਦੌੜਨ ਲੱਗ ਪਏ ਤੇ ਘਰੋਂ ਮਹਾਰਾਜ ਬੱਚਿਆਂ ਨਾਲ ਖੇਲਣ ਲਈ ਬਾਹਰ ਜਿੱਦ ਨਾਲ ਜਾਣਾ, ਮਾਤਾ ਨਾਨਕੀ ਜੀ ਜਾਣ ਨਹੀਂ ਸੀ ਦਿੰਦੇ। ਜਦੋਂ ਮਾਤਾ ਨਾਨਕੀ ਜੀ ਰੋਕਦੇ, ਸਤਿਗੁਰੂ ਜੀ ਅੱਖ ਬਚਾ ਕੇ ਬੱਚਿਆਂ ਵਾਂਗੂ ਦੌੜ ਜਾਇਆ ਕਰਦੇ। ਤੇ ਮਾਤਾ ਨਾਨਕੀ ਜੀ ਕੋਲ ਇੱਕ ਰੋਕਣ ਦਾ ਤਰੀਕਾ ਸੀ ਮਹਾਰਾਜ ਨੂੰ। ਜਦੋਂ ਰੋਕਣਾ ਹੁੰਦਾ, ਬਾਂਹ ਫੜ ਕੇ ਕਹਿੰਦੇ ਆਓ ਤੁਹਾਨੂੰ ਤੁਹਾਡੇ ਦਾਦਾ ਸਤਿਗੁਰੂ ਜੀ ਦੀ ਕਥਾ ਸੁਣਾਵਾਂ। ਸ਼੍ਰੀ ਮਾਤਾ ਨਾਨਕੀ ਜੀ ਨੇ ਸਤਿਗੁਰੂ ਜੀ ਨੂੰ ਗੋਦ ਵਿੱਚ ਉਠਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਰਾ ਜੀਵਨ ਸੁਣਾਇਆ। ਗੁਰੂ ਸਾਹਿਬ ਦੇ ਜੰਗਾਂ ਦੇ ਪ੍ਰਸੰਗ ਸੁਣਾਏ। ਆਪਣੀ ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਾਣੋ ਦੇਸ਼ ਕਾਲ ਵਸਤੂ ਭੁੱਲ ਜਾਂਦਾ ਸੀ ਤੇ ਆਪਣੇ ਦਾਦਾ ਸਤਿਗੁਰੂ ਜੀ ਦੇ ਜੀਵਨ ਕਥਾ ਸੁਣਨ ਵਿੱਚ ਮਹਾਰਾਜ ਮਗਨ ਹੋ ਜਾਂਦੇ ਸੀਗੇ। ਜਦੋਂ ਮਾਮਾ ਕਿਰਪਾਲ ਚੰਦ ਜੀ ਪਹਿਲੀ ਵਾਰ ਮਹਾਰਾਜ ਨੂੰ ਬਾਗ ਵਿੱਚ ਲੈ ਕਰਕੇ ਗਏ, ਕਵੀਰਾਜ ਭਾਈ ਸੰਤੋਖ ਸਿੰਘ ਜੀ ਦੱਸਦੇ ਆ ਕਿ ਜਦੋਂ ਮਹਾਰਾਜ ਨੇ ਬਾਗ ਵਿੱਚ ਚਰਨ ਧਰਿਆ ਨਾ, ਕੋਇਲਾਂ ਮੋਰ ਚਹਿਕ ਰਹੇ ਸੀ। ਇੱਕਦਮ ਸਾਰੇ ਬਾਗ ਵਿੱਚ ਸਨਾਟਾ ਛਾ ਗਿਆ, ਸਾਰੇ ਪੰਛੀ ਚੁੱਪ ਹੋ ਗਏ।
ਸਾਰੇ ਮਹਾਰਾਜ ਦੇ ਬਚਪਨ ਦੇ ਮਿੱਤਰ ਸਾਥੀ ਉਹ ਵੀ ਹੈਰਾਨ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਦਮ ਅੱਗੇ ਨੂੰ ਪੁੱਟਦੇ ਐ, ਸਭ ਮੋਰ ਤਿੱਤਰ ਕੋਇਲਾਂ ਬੋਲਣਾ ਭੁੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਿੱਚ ਇੱਕ ਰਸ ਮਗਨ ਹੋ ਗਏ। ਇਹ ਅਚਰਜ ਨਜ਼ਾਰਾ ਮਾਮਾ ਕਿਰਪਾਲ ਚੰਦ ਜੀ ਨੇ ਵੇਖਿਆ। ਇਹੋ ਜਿਹੀਆਂ ਬਹੁਤ ਘਟਨਾਵਾਂ। ਫਿਰ ਮਹਾਰਾਜ ਪਹਿਲੀ ਵਾਰ ਜਦੋਂ ਗੰਗਾ ਦੇ ਕਿਨਾਰੇ ਤੇ ਗਏ ਐ, ਮਾਮਾ ਕਿਰਪਾਲ ਚੰਦ ਜੀ ਨੂੰ ਮਾਤਾ ਜੀ ਨੇ ਆਖਿਆ ਸੀ ਕਿ ਬੇੜੀ ਦੇ ਅਸਵਾਰ ਨਹੀਂ ਹੋਣ ਦੇਣਾ, ਨਦੀ ਵਿੱਚ ਨਹੀਂ ਜਾਣ ਦੇਣਾ, ਪਰ ਮਹਾਰਾਜ ਜੀ ਜਿੱਦ ਕਰਨ ਲੱਗ ਪਏ ਕਿ ਅਸੀਂ ਜਾਣਾ ਹੀ ਹੈ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਮਾਤਾ ਜੀ ਦੀ ਆਗਿਆ ਨਹੀਂ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਅਸੀਂ ਆਪੇ ਬੇਨਤੀ ਕਰ ਲਾਂਗੇ, ਅਸੀਂ ਜ਼ਰੂਰ ਬੇੜੀ 'ਚ ਸਵਾਰ ਹੋਣਾ। ਜਦੋਂ ਮਾਮਾ ਕਿਰਪਾਲ ਚੰਦ ਜੀ ਫਿਰ ਬੇੜੀ ਵਿੱਚ ਆਪ ਨਾਲ ਅਸਵਾਰ ਹੋਏ ਤੇ ਨਾਲ ਮਹਾਰਾਜ ਦੇ ਬਾਲਕ ਸਾਥੀ ਹੈ। ਜਦੋਂ ਬੇੜੀ ਅੱਧ ਵਿਚਕਾਰ ਗਈ ਤਾਂ ਕਵੀਰਾਜ ਕਹਿੰਦੇ ਗੰਗਾ ਦਾ ਜਲ ਜਿਹੜਾ ਸੀ ਉਛਲਣ ਲੱਗ ਪਿਆ। ਇੰਨਾ ਜ਼ਿਆਦਾ ਉਛਲਦਾ ਸੀਗਾ ਕਿ ਬੇੜੀ ਜਿਹੜੀ ਸੀ ਉਹ ਡਾਵਾਂ ਡੋਲ ਹੋਣ ਲੱਗ ਪਈ, ਡੱਕੇ ਡੋਲੇ ਖਾਣ ਲੱਗ ਪਈ ਬੇੜੀ। ਮਾਮਾ ਕਿਰਪਾਲ ਚੰਦ ਜੀ ਡਰ ਗਏ ਕਿ ਜੇ ਹੁਣ ਬੇੜੀ ਪਲਟ ਗਈ ਤਾਂ ਮੈਂ ਮਾਤਾ ਜੀ ਨੂੰ ਕੀ ਜਵਾਬ ਦਿਆਂਗਾ, ਕਿਹੜਾ ਮੁੱਖ ਲੈ ਕੇ ਮੈਂ ਘਰ ਨੂੰ ਜਾਵਾਂਗਾ। ਜਦੋਂ ਮਾਮਾ ਜੀ ਦਾ ਚਿੱਤ ਬਾਹਲਾ ਡਰ ਗਿਆ ਨਾ, ਉਹ ਗੰਗਾ ਦਾ ਜਲ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਣ ਲਈ ਉਛਲ ਰਿਹਾ ਸੀਗਾ। ਮਾਮਾ ਕਿਰਪਾਲ ਚੰਦ ਜੀ ਦੇ ਚਿੱਤ ਦਾ ਡਰ ਵੇਖ ਕਰਕੇ ਹਜੂਰ ਨੇ ਬੇੜੀ 'ਚ ਬੈਠਿਆਂ ਹੀ ਆਪਣੇ ਦੋਵੇਂ ਚਰਨ ਜਲ ਵਿੱਚ ਪਾ ਦਿੱਤੇ। ਜਦੋਂ ਮਹਾਰਾਜ ਜੀ ਨੇ ਗੰਗਾ ਵਿੱਚ ਆਪਣੇ ਦੋਵੇਂ ਚਰਨ ਪਾਏ, ਸੱਚੇ ਪਾਤਸ਼ਾਹ ਨੇ ਉਛਲਦਾ ਗੰਗਾ ਦਾ ਜਲ ਉਸੇ ਵੇਲੇ ਸ਼ਾਂਤ ਹੋ ਗਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਐਸੇ ਕੌਤਕ ਵਰਤਾਏ। ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਗੁਰੂ ਕੇ ਬਾਗ ਅਸਥਾਨ 'ਤੇ ਮਿਲਾਪ ਹੋਣਾ। ਉਦੋਂ ਸਤਿਗੁਰੂ ਜੀ ਦੀ 4 ਸਾਲ ਦੀ ਆਜੂ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਟਨਾ ਸਾਹਿਬ ਆਏ। ਤੇ ਜਦੋਂ ਮਹਾਰਾਜ ਨੇ ਬਾਰ-ਬਾਰ ਆ ਕੇ ਗੁਰੂ ਕੇ ਬਾਗ ਅਸਥਾਨ 'ਤੇ ਡੇਰਾ ਕੀਤਾ, ਉਸ ਸਮੇਂ ਸ਼੍ਰੀ ਮਾਤਾ ਨਾਨਕੀ ਜੀ, ਸ਼੍ਰੀ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਨੂੰ ਤਿਆਰ ਕੀਤਾ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਜਾਣ ਲਈ ਕਿ ਗੁਰੂ ਸਾਹਿਬ ਦਾ ਅੱਗੋਂ ਆਗਮਨ ਜਿਹੜਾ ਸੀ ਉਹਦੀ ਖੁਸ਼ੀ ਵਿੱਚ ਸਭ ਸੰਗਤਾਂ ਚੱਲੀਆਂ, ਤੁਸੀਂ ਵੀ ਜਾਓ। ਤੇ ਮਾਤਾ ਗੁਜਰ ਕੌਰ ਜੀ ਸਿੱਖਿਆ ਦੇ ਰਹੇ ਹੈ ਕਿ ਲਾਲ ਜੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹਨ। ਜਦੋਂ ਪਿਤਾ ਜੀ ਦਾ ਦਰਸ਼ਨ ਹੋਵੇ, ਦੋਵੇਂ ਹੱਥ ਜੋੜ ਕੇ ਪਿਤਾ ਜੀ ਦੇ ਚਰਨਾਂ ਨੂੰ ਪਰਸਣਾ, ਮੱਥਾ ਟੇਕਣਾ। ਇਹ ਮਾਤਾ ਗੁਜਰ ਕੌਰ ਜੀ ਨੇ ਸਿੱਖਿਆ ਸਮਝਾਈ। ਮਾਮਾ ਕਿਰਪਾਲ ਚੰਦ ਜੀ ਦੀ ਉਂਗਲ ਪਕੜ ਕੇ ਗੁਰੂ ਸਾਹਿਬ ਸਾਰੀਆਂ ਸੰਗਤਾਂ ਸਮੇਤ ਗੁਰੂ ਕੇ ਬਾਗ ਅਸਥਾਨ 'ਤੇ ਆਏ। ਇੱਥੇ ਜਦੋਂ ਦੂਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤੱਕਿਆ, ਹਜੂਰ ਨੇ ਤਖਤ ਛੱਡ ਦਿੱਤਾ। ਗਰੀਬ ਨਵਾਜ਼ ਨੇ ਉੱਠ ਕੇ ਖਲੋ ਗਏ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਅੱਗੇ ਹੋਏ, ਪਿਤਾ ਜੀ ਦੇ ਚਰਨਾਂ 'ਤੇ ਨਮਸਕਾਰ ਦੂਰੋਂ ਕੀਤੀ। ਕੋਲ ਆਉਂਦਿਆਂ ਨੂੰ ਜਦੋਂ ਮਹਾਰਾਜ ਦੇ ਫਿਰ ਚਰਨ ਸਤਿਗੁਰੂ ਜੀ ਪਰਸਣ ਲੱਗੇ ਗੁਰੂ ਪਿਤਾ ਜੀ ਦੇ, ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਚੱਕ ਕੇ ਆਪਣੀ ਗੋਦ ਵਿੱਚ ਉਠਾ ਲਿਆ, ਆਪਣੇ ਕੰਠ ਲਾ ਲਿਆ ਸੱਚੇ ਪਾਤਸ਼ਾਹ ਨੇ। ਤੇ ਹਜੂਰ ਬੜੀ ਖੁਸ਼ੀ ਨਾਲ ਫਿਰ ਆਪਣੇ ਤਖਤ 'ਤੇ ਆ ਕਰਕੇ ਬੈਠੇ, ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਆਪਣੇ ਤਖਤ 'ਤੇ ਬਿਠਾਇਆ। ਇਹ ਪਹਿਲੀ ਮਿਲਣੀ ਮਹਾਰਾਜ ਦੀ ਗੁਰੂ ਕੇ ਬਾਗ ਅਸਥਾਨ 'ਤੇ ਹੋਈ ਸੱਚੇ ਪਾਤਸ਼ਾਹ ਜੀ ਦੀ। ਫਿਰ ਸਤਿਗੁਰੂ ਜੀ ਦਾ ਇੱਥੋਂ ਪਟਨਾ ਸਾਹਿਬ ਤੋਂ ਤੁਰਨਾ, ਤੇ ਮਹਾਰਾਜ ਜੀ ਨੇ ਇਹ ਵਾਕ ਕਹੇ ਆ, ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਾਈਆਂ ਦੁਲਰ ਆਏ। ਤੇ ਮਹਾਰਾਜ ਜੀ ਨੇ ਕਿਹਾ ਕਿ ਰਾਜ ਸਾਜ ਹਮ ਪਰ ਜਬ ਆਇਓ, ਦੇਵ ਲੋਕ ਤਬ ਪਿਤਾ ਸਧਾਇਓ। ਸਤਿਗੁਰੂ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਦੇ ਅੰਦਰ ਮਹਾਰਾਜ ਨੇ ਤਿਲਕ ਤੇ ਜੰਜੂ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ। ਮਹਾਰਾਜ ਕਹਿੰਦੇ ਉਸ ਸਮੇਂ ਗੁਰਤਾ ਗੱਦੀ ਦਾ ਜਿਹੜਾ ਭਾਰ ਸੀ, ਮਹਾਰਾਜ ਕਹਿੰਦੇ ਉਹ ਭਈ ਸਾਡੇ ਮੋਢਿਆਂ 'ਤੇ ਪਿਆ। ਅਸੀਂ ਮਹਾਰਾਜ ਕਹਿੰਦੇ ਜਥਾ ਸ਼ਗਤ ਤਬ ਧਰਮ ਚਲਾਇਓ। ਜਿੰਨੀ ਸ਼ਕਤੀ ਸੀ ਵਾਹਿਗੁਰੂ ਨੇ ਦਿੱਤੀ, ਜਿੰਨੀ ਪਹੁੰਚ ਸੀ ਮਹਾਰਾਜ ਕਹਿੰਦੇ ਫਿਰ ਅਸੀਂ ਧਰਮ ਚਲਾਉਣਾ ਕੀਤਾ। ਗੁਰਿਆਈ ਤਖਤ 'ਤੇ ਸਤਿਗੁਰੂ ਜੀ ਵਿਰਾਜਮਾਨ ਹੋਏ 9 ਸਾਲ ਦੀ ਆਜੂ ਵਿੱਚ। ਸਤਿਗੁਰੂ ਜੀ ਨੇ ਤੇ ਸਮੇਂ ਰਣਜੀਤ ਨਗਾਰਾ ਬਣਵਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਸਿੱਖ ਰਤਨ ਰਾਏ ਨੇ ਮਹਾਰਾਜ ਜੀ ਨੂੰ ਪ੍ਰਸ਼ਾਦੀ ਹਾਥੀ, ਪੰਚਕਲਾ ਸ਼ਸਤਰ, ਚੰਦਨ ਦੀ ਚੌਂਕੀ,
ਤੇ ਜਿਹੜਾ 9 ਲੱਖਾ ਤੰਬੋਲ ਸੀ, ਇਹ ਬੇਅੰਤ ਜਿਹੜੀਆਂ ਭੇਟਾਵਾਂ ਅਰਪਣ ਕੀਤੀਆਂ। ਪਹਾੜੀ ਰਾਜੇ ਸਤਿਗੁਰੂ ਜੀ ਨਾਲ ਖੁੰਸ ਖਾਣ ਲੱਗੇ। ਵੱਧਦਾ ਪ੍ਰਤਾਪ ਸਤਿਗੁਰੂ ਜੀ ਦਾ ਵੇਖ ਕਰਕੇ ਬਹੁਤ ਈਰਖਾ ਕਰਨ ਲੱਗੇ। ਬੜੀ ਵਾਰ ਜੰਗਾਂ ਹੋਈਆਂ, ਹਜੂਰ ਤੇ ਚੜ੍ਹਾਈ ਕੀਤੀ, ਪਰ ਹਰ ਵਾਰੀ ਕਰਾਰੀ ਹਾਰ ਹੋਈ। ਵਜੀਦ ਖਾਨ ਸਰਹੰਦ ਦੇ ਸੂਬੇ ਨੂੰ ਵੀ ਨਾਲ ਲੈ ਲੈ ਕੇ ਬੜੀ ਵਾਰ ਹਮਲਾਵਰ ਹੋਏ। ਲੋਹਗੜ੍ਹ ਦੇ ਕਿਲੇ ਤੱਕ ਨੂੰ ਹਾਥੀ ਨਾਲ ਤੋੜਨ ਦਾ ਯਤਨ ਕੀਤਾ, ਪਰ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਨਾਗਣੀ ਵਰਸ਼ਾ ਦੇ ਕੇ 12 ਫੌਲਾਦ ਦੇ ਚੌੜੇ ਤਵੇ ਪੜਵਾ ਦਿੱਤੇ। ਸੱਚੇ ਪਾਤਸ਼ਾਹ ਨੇ ਇੱਕ ਸਿੱਖ ਤੋਂ ਹਾਥੀ ਦਾ ਮੂੰਹ ਭਵਾ ਦਿੱਤਾ। ਐਡੇ ਵੱਡੇ ਵੱਡੇ ਉਹਨਾਂ ਯਤਨ ਕੀਤੇ, ਪਰ ਕਿਸੇ ਵੀ ਯਤਨ ਵਿੱਚ ਸਫਲ ਨਾ ਹੋਏ। ਹਰ ਵਾਰ ਸਤਿਗੁਰੂ ਜੀ ਨੇ ਲੋਹੇ ਦੇ ਚਣੇ ਚਬਾਏ। ਨਰੰਗੇ ਦੇ ਕੋਲ ਇਹਨਾਂ ਨੇ ਬੜੀਆਂ ਫਰਿਆਦਾਂ ਕੀਤੀਆਂ। 10 ਲੱਖ ਫੌਜ ਦਾ ਘੇਰਾ ਪਿਆ। ਸੱਚੇ ਪਾਤਸ਼ਾਹ ਜੀ ਮਹਾਰਾਜ, ਹਜੂਰ ਦਾ ਜੀਵਨ ਬਹੁ ਪੱਖੀ ਹੈ, ਸਾਰਾ ਜੀਵਨ ਨਹੀਂ ਸੁਣਾਇਆ ਜਾ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਅਜੀਤ ਕੌਰ ਜੀ, ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਤੇ ਖਾਲਸੇ ਦੇ ਮਾਤਾ ਜੋ ਮਹਾਰਾਜ ਨੇ ਪੰਥ ਝੋਲੀ ਪਾਇਆ ਸੀ, ਮਾਤਾ ਸਾਹਿਬ ਕੌਰ ਜੀ। ਮਾਤਾ ਅਜੀਤ ਕੌਰ ਜੀ ਦੀ, ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਦਾ ਜਨਮ ਹੋਇਆ। ਤੇ ਇਸ ਪ੍ਰਕਾਰ ਫਿਰ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ, ਇਹਨਾਂ ਤਿੰਨਾਂ ਸਾਹਿਬਜ਼ਾਦਿਆਂ ਦਾ ਜਨਮ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਹੈ, ਸ੍ਰੀ ਅਨੰਦਪੁਰ ਸਾਹਿਬ। ਤੇ ਬਾਬਾ ਅਜੀਤ ਸਿੰਘ ਸਾਹਿਬ ਦਾ ਜਨਮ ਅਸਥਾਨ ਹੈ ਇਹ ਪੌਂਟਾ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜੰਗਾਂ ਇੱਥੇ ਹੁੰਦੀਆਂ, ਇਸ ਤੋਂ ਪਹਿਲਾਂ ਜਿਹੜੀ ਪਹਿਲੀ ਜੰਗ ਹੋਈ ਹੈ, ਉਹ ਮੇਦਨੀ ਪ੍ਰਕਾਸ਼ ਨਾਹਣ ਦਾ ਰਾਜਾ ਜਿਹੜਾ ਸੀ, ਉਹਦੀ ਬੇਨਤੀ ਮੰਨ ਸਤਿਗੁਰੂ ਜੀ ਇੱਥੇ ਚਰਨ ਪਾਏ ਸੀ। ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਦੇਸ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਮਟੇ ਕੀ ਸੁਧ ਲਈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਵਿਆਹ ਦਾ ਬਹਾਨਾ ਲਾ ਕੇ ਜਦੋਂ ਭੀਮ ਚੰਦ ਕਹਲੂਰੀ ਰਾਜਾ 3.5 ਲੱਖ ਫੌਜ ਮਹਾਰਾਜ ਤੇ ਚੜ੍ਹਾ ਲਿਆਇਆ ਸੀ, ਹਜੂਰ ਨੇ 4 ਪਹਿਰ 'ਚ ਹੀ 1700 ਘੋੜਸਵਾਰ ਸਿੱਖਾਂ ਦੇ ਨਾਲ ਬੁਰੀ ਤਰ੍ਹਾਂ ਪਹਾੜੀਆਂ ਦੀ ਸੈਨਾ ਨੂੰ ਪਛਾੜ ਦਿੱਤਾ ਸੀ। ਬਹੁਤ ਵੱਡੀ ਜਿੱਤ ਹੋਈ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਹਜੂਰ ਨੇ ਜਦੋਂ ਇਹ ਜਿੱਤ ਪ੍ਰਾਪਤ ਕੀਤੀ, ਮਹਾਰਾਜ ਜੀ ਨੇ ਇਹ ਸ਼ਬਦ ਕਹੇ ਹੈ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤੇ ਆਏ ਜਯੰ ਗੀਤ ਗਾਏ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਫਿਰ ਸ੍ਰੀ ਅਨੰਦਪੁਰ ਸਾਹਿਬ ਵਾਪਸ ਪਰਤੇ, ਰਸਤੇ ਵਿੱਚ ਨੰਦੌਣ ਦੇ ਯੁੱਧ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ। ਫਿਰ ਆਪਣੀ ਬਾਣੀ ਵਿੱਚ ਮਹਾਰਾਜ ਨੇ ਸਾਰੇ ਯੁੱਧਾਂ ਦਾ ਵੇਰਵਾ ਥੋੜ੍ਹਾ ਥੋੜ੍ਹਾ ਦਿੱਤਾ। ਮਹਾਰਾਜ ਜੀ ਨੇ ਕਿਵੇਂ ਸ਼ਹਿਜ਼ਾਦੇ ਦਾ ਆਉਣਾ, ਕਿਵੇਂ ਜੰਗ ਵੀ ਨਾ ਕਰ ਸਕਣੀ ਤੇ ਜਕਾਰਿਆਂ ਤੋਂ ਡਰਦੇ ਭੱਜ ਜਾਣਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭੰਗਾਣੀ ਦੇ ਯੁੱਧ ਤੋਂ ਬਾਅਦ ਸਤਿਗੁਰਾਂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ, ਪੰਜਾਂ ਦੇ ਸੀਸ ਲੈ ਕਰਕੇ ਮਹਾਰਾਜ ਨੇ ਸੁਰਜੀਤ ਕਰਨਾ। ਅੰਮ੍ਰਿਤ ਦੀ ਦਾਤ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਤੇ ਪੰਜਾਂ ਨੂੰ ਪਿਆਰਿਆਂ ਦਾ ਖਿਤਾਬ ਦਿੱਤਾ, ਮੇਰੇ 5 ਪਿਆਰੇ ਨੇ। ਫਿਰ ਪੰਜਾਂ ਨੇ ਹੋਰ ਉੱਠ ਕੇ ਸਿਰ ਦਿੱਤਾ ਸੀ। ਮਹਾਰਾਜ ਕਹਿੰਦੇ ਭਾਈ ਪਿਆਰੇ ਤਾਂ 5 ਹੀ ਸਾਜਣੇ ਸੀ, ਤੁਸੀਂ ਸਾਡੇ 5 ਮੁਕਤੇ ਅਖਵਾਓਗੇ। ਇਹ ਸਤਿਗੁਰੂ ਜੀ ਨੇ ਜਿਹੜੀ ਸੀ ਵੱਡੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਤੇ ਫਿਰ ਇਹ ਬਾਗ ਕਹੇ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਮਹਾਰਾਜ ਨੇ ਕਿਹਾ ਭਾਈ ਸਾਨੂੰ ਅਕਾਲ ਪੁਰਖ ਦੀ ਆਗਿਆ ਤੇ ਤਾਂ ਪੰਥ ਦੀ ਉਤਪਤੀ ਕੀਤੀ ਹੈ। ਐਡੇ ਜੰਗ ਯੁੱਧ, ਫਿਰ 8.5 ਮਹੀਨੇ ਦਾ ਘੇਰਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਦੋਂ ਫਿਰ ਇਹਨਾਂ ਨੇ ਬੇਨਤੀਆਂ ਘੱਲੀਆਂ ਪਹਾੜੀ ਰਾਜਿਆਂ ਨੇ ਤੇ ਇਹਨਾਂ ਮੁਸਲਮਾਨਾਂ ਨੇ ਕੁਰਾਨ ਦੀ ਸਹੁੰ ਖਾਧੀ, ਇਹਨਾਂ ਨੇ ਸ਼੍ਰੀਮਦ ਭਾਗਵਤ ਗੀਤਾ ਦੀ ਤੇ ਗਊ ਦੀ ਸਹੁੰ ਖਾਧੀ। ਇਹਨਾਂ ਨੇ ਬੇਈਮਾਨ ਹੋ ਕਰਕੇ ਸਹੁੰਆਂ ਤੌੜੀਆਂ। ਗੁਰੂ ਸਾਹਿਬ ਸਿੰਘਾਂ ਦੀ ਬੇਨਤੀ ਤੇ ਮਾਤਾ ਸਾਹਿਬ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਜੀ ਨੇ ਕਿਲ੍ਹਾ ਛੱਡਿਆ। ਸੱਚੇ ਪਾਤਸ਼ਾਹ ਦੇ ਪਿੱਛੇ ਇਹਨਾਂ ਨੇ ਹਮਲਾ ਕੀਤਾ। ਬਹੁਤ ਭਾਰੀ ਉਸ ਸਮੇਂ ਗੁਰੂ ਘਰ ਦਾ ਨੁਕਸਾਨ ਹੋਇਆ। ਮਹਾਰਾਜ ਜੀ ਦੇ ਹੱਥ ਲਿਖਤ ਵਿਦਿਆ ਧਾਰ 9 ਮਣ ਦਾ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਸੱਚੇ ਪਾਤਸ਼ਾਹ ਜਦੋਂ ਸੰਭਾਲ ਕੀਤੀ, ਇੱਥੇ ਪਰਿਵਾਰ ਵਿਛੜਿਆ। ਸ਼੍ਰੀ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਸਰਹੰਦ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਮਹਾਰਾਜ ਦੇ ਵੱਡੇ ਸਾਹਿਬਜ਼ਾਦੇ 40 ਸਿੰਘਾਂ ਸਮੇਤ ਸਤਿਗੁਰੂ ਜੀ ਨੇ ਰੋਪੜ ਜਦੋਂ ਨੇੜਾ ਕੀਤਾ, ਉਹਨਾਂ ਨੇ ਬਲ ਦੇ ਪੱਠੇ ਵੱਲ ਇਸ਼ਾਰਾ ਕੀਤਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਗ ਦੇ ਭੱਠੇ ਤੇ ਘੋੜਾ ਚਾੜ ਕੇ ਤਪਤ ਮਹਿ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ। ਮਹਾਰਾਜ ਨੇ ਕਿਹਾ ਸੀ ਚੱਲ ਨੀਲਿਆ, ਜੇ ਅੱਜ ਬਲ ਦਾ ਭੱਠਾ ਨਹੀਂ ਠਾਰਿਆ ਤੇ ਜਿਹੜੇ ਕਾਮ ਕ੍ਰੋਧ ਨਾਲ ਜੀਆਂ ਦੇ ਹਿਰਦੇ ਬਲ ਰਹੇ ਆ ਉਹ ਕਿਵੇਂ ਠਾਰਾਂਗੇ। ਸੱਚੇ ਪਾਤਸ਼ਾਹ ਨੇ ਮਗ ਦਾ ਭੱਠਾ ਸ਼ੀਤਲ ਕਰ ਦਿੱਤਾ ਸੀ। ਜਦੋਂ ਬੂਰ ਮਾਜਰੇ ਜਲ ਛਕ ਕੇ ਪਤਾ ਲੱਗਾ ਕਿ ਫੌਜਾਂ 10 ਲੱਖ ਹੋਰ ਚੜ੍ਹ ਆਈਆਂ, ਫੈਸਲਾ ਕੁੰਨ ਯੁੱਧ ਕਰਨ ਲਈ, ਇਹਨਾਂ ਦੀ ਹੌਂਸ ਪੂਰੀ ਕਰਨ ਲਈ ਮਹਾਰਾਜ ਨੇ ਚਮਕੌਰ ਸਾਹਿਬ ਦੀ ਕੱਚੀ ਗੜੀ 'ਚ ਮੋਰਚਾਬੰਦੀ ਕੀਤੀ। ਇਹੋ ਜੀ ਸੰਸਾਰ ਦੀ ਅਦੁੱਤੀ ਲੜਾਈ ਗੁਰਦੇਵ ਨੇ ਆਪਣੀ ਕਮਾਂਡ ਥੱਲੇ ਸਿੰਘਾਂ ਤੋਂ ਲੜਾਈ ਕਿ ਸਾਰੀ ਕਾਇਨਾਤ ਵਿੱਚ ਇਹੋ ਜਿਹਾ ਕਦੇ ਯੁੱਧ ਨਹੀਂ ਹੋਇਆ। ਸਤਿਗੁਰੂ ਜੀ ਨੇ 40 ਸਿੰਘਾਂ ਦੇ ਸਮੇਤ 10 ਲੱਖ ਦਾ ਮੁਕਾਬਲਾ ਕੀਤਾ। ਸਾਰਾ ਦਿਨ ਜ਼ੋਰ ਲਾ ਕੇ 10 ਲੱਖ ਦੀ ਫੌਜ ਥੱਕ ਗਈ, ਪਰ ਗੜੀ ਦਾ ਨੇੜਾ ਨਾ ਕਰ ਸਕੀ। ਕਵਿਰਾਜ ਨੇ ਲਿਖਿਆ, ਇਹੋ ਜੀ ਅੰਧਾ ਧੁੰਦ ਅੰਦਰੋਂ ਗੋਲੀ ਚੱਲਦੀ ਸੀ, ਤੀਰ ਵਰਦੇ ਸੀ, ਇਉਂ ਲੱਗਦਾ ਸੀ ਜਿਵੇਂ ਤੁਰਕਾਂ ਦੀਆਂ ਲੋਥਾਂ ਦਾ ਇੱਕ ਵੱਖਰਾ ਹੀ ਕਿਲਾ ਮਹਾਰਾਜ ਨੇ ਗੜੀ ਤੋਂ ਬਾਹਰ ਸਿਰਜ ਦਿੱਤਾ ਹੋਵੇ। ਲੋਥਾਂ ਦੇ ਵੱਡੇ ਵੱਡੇ ਢੇਰ ਲੱਗ ਗਏ ਸੀ, ਨੀਵੇਂ ਥਾਂ ਸਾਰੇ ਲਹੂ ਨਾਲ ਭਰ ਗਏ ਸੀਗੇ। ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਏ ਆ। ਸਤਿਗੁਰੂ ਜੀ ਇੱਥੋਂ ਬੇਨਤੀ ਜਿਹੜੀ ਸੀ ਪੰਥ ਦੀ ਮੰਨ ਕਰਕੇ ਤੇ ਪੰਥ ਨੂੰ ਗੁਰਿਆਈ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੜੀ ਨੂੰ ਛੱਡਿਆ ਹੈ। ਸੱਚੇ ਪਾਤਸ਼ਾਹ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਇਸ ਪ੍ਰਕਾਰ ਮਾਨ ਸਿੰਘ ਜੀ। ਮਹਾਰਾਜ ਝਾੜ ਸਾਹਿਬ ਤੋਂ ਹੁੰਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਛੀਵਾੜੇ ਆਏ ਹੈ, ਜਿੱਥੇ ਸਾਹਿਬਜ਼ਾਦਿਆਂ ਦੀਆਂ ਰੂਹਾਂ ਆ ਕੇ ਸਤਿਗੁਰੂ ਨੂੰ ਮਿਲੀਆਂ। ਜਦੋਂ ਮਹਾਰਾਜ ਮਾਛੀਵਾੜੇ ਸੀ ਨਾ, ਇੱਧਰੋਂ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਹੋ ਗਏ ਸੀ ਤੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਏ ਸੀਗੇ। ਤੇ ਮਹਾਰਾਜ ਨੇ ਫਿਰ ਸਾਹਿਬਜ਼ਾਦਿਆਂ ਦੀਆਂ ਰੂਹਾਂ ਨੂੰ ਸੰਬੋਧਨ ਹੋ ਕੇ ਆਖਿਆ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਮਹਾਰਾਜ ਕਹਿੰਦੇ ਕੀ ਆ ਖੁਸ਼ੀਆਂ ਤੇ ਖੇੜਿਆਂ ਦਾ ਰਹਿਣਾ। ਵਾਹਿਗੁਰੂ ਤੇਰੇ ਪਿਆਰ ਵਿੱਚ ਸਾਨੂੰ ਇਹ ਸੱਥਰ ਹੀ ਚੰਗਾ, ਜਿੱਥੇ ਟਿੰਡ ਦਾ ਸਰਾਣਾ ਮਹਾਰਾਜ ਜੀ ਨੇ ਲਾਇਆ ਹੋਇਆ ਸੀਗਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਉਸ ਸਮੇਂ ਸ਼ਾਹੀ ਪੁਸ਼ਾਕ ਵੀ ਨਹੀਂ ਸੀ ਪਹਿਨੀ ਹੋਈ। ਸ਼ਾਹੀ ਕਲਗੀ ਤੋੜਾ ਵੀ ਆਪਣੇ ਪੰਥ ਨੂੰ ਦੇ ਆਏ ਸੀ, ਆਪਣੀ ਸ਼ਾਹੀ ਪੁਸ਼ਾਕ ਵੀ ਆਪਣੇ ਪੰਥ ਨੂੰ ਦੇ ਆਏ ਸੀ। ਗੁਰੂ ਸਾਹਿਬ ਜੀ ਨੇ ਇਹ ਵਾਕ ਕਹੇ ਸੀ, ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ। ਇੱਥੋਂ ਗੁਲਾਬੇ ਮਸੰਦ ਦੇ ਘਰੇ ਜਾਣਾ, ਡਰ ਕੇ ਉਸਨੇ ਮਹਾਰਾਜ ਨੂੰ ਵਿਦਾਇਗੀ ਦੇਣੀ। ਸੱਚੇ ਪਾਤਸ਼ਾਹ ਨੇ ਉੱਚ ਦੇ ਪੀਰ ਬਣ ਕੇ ਪਲੰਗੇ ਤੇ ਸੱਜ ਕੇ ਸਤਿਗੁਰਾਂ ਜੀ ਨੇ ਉੱਥੋਂ ਤੁਰਨਾ। ਰਸਤੇ ਵਿੱਚ ਰੋਕਣ ਤੇ ਨੂਰਪੁਰ ਦੇ ਸੈਯਦ ਜਾਤੀ ਦੇ ਪੀਰ ਦੇ ਸ਼ਾਦੀ ਭਰਨ ਤੋਂ, ਜਿੱਥੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ, ਸੱਚੇ ਪਾਤਸ਼ਾਹ ਜੀ ਨੇ ਉੱਥੋਂ ਅੱਗੇ ਤੁਰਨਾ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਨੂੰ ਹੁਕਮਨਾਮਾ ਸਾਹਿਬ ਦੇਣਾ। ਇੱਥੋਂ ਸੱਚੇ ਪਾਤਸ਼ਾਹ ਨੇ ਕਨੇਚ ਆਏ, ਜਿੱਥੇ ਫਤਿਹ ਕੋ ਘੋੜੀ ਮੰਗੀ ਤੇ ਹਜੂਰ ਨੂੰ ਝੂਠ ਬੋਲਿਆ, ਕਹਿੰਦਾ ਘੋੜੀ ਨਹੀਂ ਹੈ, ਜਵਾਈ ਲੈ ਕੇ ਗਿਆ। ਮਹਾਰਾਜ ਕਹਿੰਦੇ ਚੰਗਾ ਫਤਿਆ, ਨਾ ਤੇਰੀ ਘੋੜੀ ਤੇ ਨਾ ਤੂੰ। ਫਤਾ ਵੀ ਮਰ ਗਿਆ, ਘੋੜੀ ਵੀ ਮਰ ਗਈ। ਗੁਰਦੁਆਰਾ ਕਟਾਣਾ ਸਾਹਿਬ ਇੱਥੇ ਸਿੱਖ ਨੇ ਦੇਗ ਭੇਟ ਕੀਤੀ। ਆਲਮਗੀਰ ਸਾਹਿਬ ਭਾਈ ਨਗਾਈਏ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ। ਇੱਥੋਂ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ, ਬਰਾੜ ਸਿੰਘ ਮਹਾਰਾਜ ਦੀ ਤਾਬਿਆ ਆ ਗਏ। ਸਤਿਗੁਰੂ ਜੀ ਰਾਏ ਕੱਲੇ ਕੋਲ ਆਏ। ਇੱਥੇ ਰਾਏ ਕੱਲੇ ਨੂੰ ਮਹਾਰਾਜ ਨੇ ਆਖਿਆ, ਰਾਏ ਕੱਲਾ ਸਾਡੇ ਸਾਹਿਬਜ਼ਾਦਿਆਂ ਦੀ ਖਬਰ ਸਰਹੰਦ ਤੋਂ ਮੰਗਾ ਦੇ। ਜਦੋਂ ਨੂਰੇ ਮਾਹੀ ਨੇ ਰਾਏ ਕੱਲੇ ਦਾ ਭੇਜਿਆ, ਨੂਰਾ ਮਾਹੀ ਖਬਰ ਲੈ ਕੇ ਆਇਆ। ਸਤਿਗੁਰੂ ਨੇ ਆਪਣੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਸੁਣਨੀ। ਸਭ ਬਰਾੜ ਬਰਾਗ ਕਰਦੇ ਸੀ, ਸਾਰੇ ਸਿੰਘ ਰੋ ਰਹੇ ਸੀ। ਸਤਿਗੁਰੂ ਜੀ ਨੇ ਬੀਰਤਾ ਸਹਿਤ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟ ਕੇ ਆਖਿਆ ਸੀ ਕਿ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ। ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਮੁਗਲ ਸਾਮਰਾਜ ਦੀ ਜੜ ਪੁੱਟ ਦਿੱਤੀ ਹੈ।
ਦੇਖੀਏ ਤੇਰਾ ਕੋਈ ਸਿਪਾਹੀ। ਤੇ ਉਹ ਜਿਹੜੇ ਸਿਪਾਹੀ ਸੀ ਸਭ ਡਰ ਗਏ। ਮਹਾਰਾਜ ਕੇ ਡੱਲਿਆ ਤੂੰ ਹੀ ਖਲੋ ਜਾ। ਡੱਲਾ ਕਹਿੰਦਾ ਜਾਈ ਤਾਂ ਮਹਾਰਾਜ ਮੈਥੋਂ ਵੀ ਮਰਿਆ ਨਹੀਂ ਜਾਂਦਾ। ਹਜ਼ੂਰ ਨੇ ਕਿਹਾ ਆਵਾਜ਼ ਦਿੱਤੀ, ਸਾਡੇ ਸਿੱਖ ਸੇਵਾ ਕਰਦੇ ਆ, ਆਵਾਜ਼ ਦਿਓ ਕਿ ਅਸੀਂ ਗੋਲੀ ਪਰਖਣੀ ਹੈ, ਕੋਈ ਆਵੇ। ਤੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਦੋਵੇਂ ਪਿਓ ਪੁੱਤਰ ਸੀਗੇ, ਮਰਨ ਨੂੰ ਕਾਹਲੇ ਪਏ। ਇੱਕ ਹੱਥ ਵਿੱਚ ਦਸਤਾਰ ਪਕੜੀ, ਇੱਕ ਘੋੜਿਆਂ ਦੀ ਲਿੱਦ ਹਟਾਉਂਦਾ ਹੀ ਦੌੜਦੇ ਆ ਗਏ ਤੇ ਇੱਕ ਦੂਸਰੇ ਦੇ ਅੱਗੇ ਹੋਣ। ਮਹਾਰਾਜ ਨੇ ਥੰਮ ਜਾਣ ਦਾ ਹੁਕਮ ਦੇ ਦਿੱਤਾ। ਪਿੱਛੋਂ ਹੀ ਅੱਡੀਆਂ ਚੁੱਕ ਚੁੱਕ ਕੇ ਅੱਗੇ ਨੂੰ ਹੋਵੇ ਕਿ ਗੋਲੀ ਮੇਰੇ ਵੱਜ ਜਾਵੇ। ਡੱਲਾ ਵੇਖ ਵੇਖ ਹੈਰਾਨ ਹੋ ਗਿਆ ਕਿ ਇਹ ਮਰਨ ਨੂੰ ਇੰਨੇ ਕਾਹਲੇ ਕਿਉਂ ਪੈਂਦੇ ਆ। ਸਤਿਗੁਰੂ ਜੀ ਨੇ ਗੋਲੀ ਸੀਸ ਤੋਂ ਕੱਢ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖ ਡੱਲਿਆ, ਮੇਰੇ ਕੋਲ ਇਹੋ ਜਿਹੇ ਪਰਵਾਨੇ ਸੀ ਜਿਹੜੇ ਸ਼ਮਾ ਤੇ ਜਾਣ ਨੂੰ ਕਾਹਲੇ ਪੈਂਦੇ ਆ। ਸਤਿਗੁਰੂ ਜੀ ਕਹਿੰਦੇ ਤੂੰ ਮਰਨ ਤੋਂ ਡਰਦਾ, ਫਿਰ ਸਾਡੇ ਨਾਲ ਕਿਵੇਂ ਨਿਭ ਸਕਦੀ ਹੈ। ਡੱਲੇ ਨੇ ਮਾਫੀ ਮੰਗੀ ਸੱਚੇ ਪਾਤਸ਼ਾਹ ਤੋਂ। ਇੱਥੇ ਭਾਈ ਤਲੋਕਾ ਤੇ ਭਾਈ ਰਾਮਾ ਜਿਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਸ਼ਹੀਦ ਸਿੰਘਾਂ ਦੇ ਸਰੀਰ ਅੰਤਮ ਸੰਸਕਾਰ ਕੀਤਾ ਸੀ, ਇਹਨਾਂ ਨੂੰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ ਨਾਮ ਰੱਖਿਆ। ਹੁਕਮਨਾਮੇ ਸਾਹਿਬ ਦਿੱਤਾ, ਆਖਿਆ ਤੇਰਾ ਘਰ ਮੇਰਾ ਘਰ। ਐਡੀ ਵੱਡੀ ਬਖਸ਼ਿਸ਼ ਮਹਾਰਾਜ ਨੇ ਕੀਤੀ। ਫਿਰ ਇੱਥੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਮਤਾਂ ਵਰਤਾਉਂਦੇ। ਸਤਿਗੁਰੂ ਜੀ ਫਿਰ ਦਿੱਲੀ ਨੂੰ ਮਹਾਰਾਜ ਸਾਹਿਬ ਜੀ ਰਸਤੇ ਵਿੱਚ ਅਨੇਕਾਂ ਥਾਵਾਂ ਤੇ ਬੜੇ ਕੌਤਕ ਵਰਤਾਉਂਦੇ ਹੋਏ ਮਹਾਰਾਜ ਜਦੋਂ ਦਿੱਲੀ ਨੂੰ ਆਏ ਹੈ, ਬਹਾਦਰ ਸ਼ਾਹ ਨੂੰ ਰਾਜ ਸਤਿਗੁਰੂ ਜੀ ਨੇ ਦਿੱਤਾ। ਆਪਣੇ ਤੀਰ ਨਾਲ ਤਾਰਾ ਆਜ਼ਮ ਨੂੰ ਮਾਰ ਕਰਕੇ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦਾ ਰਾਜ ਬਖਸ਼ਿਆ। ਹਮਾਯੂੰ ਦਾ ਮਕਬਰਾ ਹੈ, ਇੱਕ ਪਾਸੇ ਮਕਬਰਾ ਹੈ, ਇੱਕ ਪਾਸੇ ਗੁਰੂ ਸਾਹਿਬ ਦਾ ਸਥਾਨ ਹੈ ਦਿੱਲੀ ਵਿੱਚ। ਉਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਗੁਰਦੁਆਰਾ ਦਮਦਮਾ ਸਾਹਿਬ। ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਏ ਸੀ ਤੇ ਇੱਕ ਤੀਰ ਮਾਰਿਆ ਸੀ ਮਹਾਰਾਜ ਨੇ ਲਾਲ ਕਿਲੇ ਵਿੱਚ। ਜਦੋਂ ਬਹਾਦਰ ਸ਼ਾਹ ਨੂੰ ਉਹ ਤੀਰ ਉਹਦੇ ਸੇਵਕਾਂ ਵਿਖਾਇਆ, ਉਹਦੇ ਅਹਿਲਕਾਰਾਂ, ਉਹਨੂੰ ਸੋਨਾ ਲੱਗਾ। ਵੇਖ ਕੇ ਹੈਰਾਨ ਹੋ ਗਿਆ, ਕਹਿੰਦਾ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਹੈ। ਤੀਰ ਮਾਰ ਕੇ ਦੱਸਿਆ ਮਹਾਰਾਜ ਨੇ ਕਿ ਮੈਂ ਦਿੱਲੀ ਆ ਗਿਆ ਹਾਂ। ਬਹਾਦਰ ਸ਼ਾਹ ਮਿਲਣ ਵਾਸਤੇ ਆਉਂਦਾ ਰਿਹਾ। ਇੱਕ ਦਿਨ ਕਹਿੰਦਾ ਮਹਾਰਾਜ ਆਪਣੇ ਹਾਥੀ ਨਾਲ ਮੇਰਾ ਹਾਥੀ ਲੜਾ ਕੇ ਵੇਖੋ। ਸਤਿਗੁਰੂ ਕਹਿੰਦੇ ਬਹਾਦਰ ਸ਼ਾਹ ਗੁਰੂ ਘਰ ਦਾ ਵੀ ਹਾਥੀ ਲੜੇ ਤੇ ਤੇਰਾ ਵੀ ਹਾਥੀ ਲੜੇ, ਫਿਰ ਫਰਕ ਕੀ ਹੋਇਆ? ਲਿਆ ਤੂੰ ਆਪਣਾ ਹਾਥੀ ਕੱਢ, ਸਾਡਾ ਝੋਟਾ ਲੜੂਗਾ। ਮਹਾਰਾਜ ਨੇ ਝੋਟੇ ਤੋਂ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਦਾ ਹਾਥੀ ਪਛਾੜ ਦਿੱਤਾ ਸੀ ਗਰੀਬ ਨਵਾਜ ਨੇ। ਉਹ ਗੁਰਦੁਆਰਾ ਦਮਦਮਾ ਸਾਹਿਬ ਦਿੱਲੀ ਦੇ ਵਿੱਚ ਮੌਜੂਦ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਆਗਰੇ ਆਏ। ਇੱਥੇ ਬਹਾਦਰ ਸ਼ਾਹ ਨੂੰ ਇਹਦੇ ਅਹਿਦ ਚੇਤੇ ਕਰਾਏ। ਬਹਾਦਰ ਸ਼ਾਹ ਮੁੱਕਰ ਗਿਆ। ਰੋਹ ਵਿੱਚ ਆ ਕੇ ਸਤਿਗੁਰੂ ਜੀ ਨੇ ਕਿਹਾ ਅਸੀਂ ਦੱਖਣ ਜਾ ਰਹੇ ਹਾਂ, ਇਹੋ ਜਿਹਾ ਇੱਕ ਸਿੰਘ ਸਾਜ ਕੇ ਭੇਜਾਂਗਾ। ਮੁਗਲ ਸਲਤਨਤ ਦੀ ਅਸੀਂ ਜੜ ਪੁੱਟੀ ਜਾਣ ਦਾ ਬਚਨ ਕਹਿ ਚੁੱਕੇ ਹਾਂ, ਉਹ ਤੇਰੀ ਸਾਰੀ ਸਲਤਨਤ ਖਤਮ ਕਰ ਦੇਵੇਗਾ। ਮਹਾਰਾਜ ਕਹਿੰਦੇ ਅਸੀਂ ਤੈਨੂੰ ਵਡਿਆਈ ਦੇਣਾ ਚਾਹੁੰਦੇ ਸਾਂ ਪਰ ਤੇਰੇ ਭਾਗਾਂ 'ਚ ਨਹੀਂ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਪੜਾਅ ਦਰ ਪੜਾਅ ਸਤਿਗੁਰੂ ਜੀ ਨੇ ਫਿਰ ਨੰਦੇੜ ਨੂੰ ਕੂਚ ਕੀਤਾ। ਸਤਿਗੁਰੂ ਜੀ ਦਾ ਨੰਦੇੜ ਆਉਣਾ, ਗੋਦਾਵਰੀ ਦੇ ਕੰਢੇ ਡੇਰਾ ਲਾਉਣਾ, ਮਹਾਰਾਜ ਦੀਆਂ ਪਵਿੱਤਰ ਯਾਦਗਾਰਾਂ, ਗੁਰਦੁਆਰਾ ਹੀਰਾ ਘਾਟ ਸਾਹਿਬ ਜਿੱਥੇ ਮਹਾਰਾਜ ਅੰਮ੍ਰਿਤ ਵੇਲੇ ਧਿਆਨ ਅਸਥਿਤ ਹੁੰਦੇ, ਗੁਰਦੁਆਰਾ ਮਾਤਾ ਜੀ ਸਾਹਿਬ ਮਾਤਾ ਸਾਹਿਬ ਕੌਰ ਜੀ ਜਿੱਥੇ ਸਤਿਗੁਰੂ ਜੀ ਦੁਪਹਿਰ ਨੂੰ ਆਰਾਮ ਕਰਦੇ ਪ੍ਰਸ਼ਾਦ ਛਕਦੇ, ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਜਿੱਥੇ ਮੂਲੇ ਖੱਤਰੀ ਨੂੰ ਸਦਗਤੀ ਦਿੱਤੀ, ਗੁਰਦੁਆਰਾ ਨਗੀਨਾ ਘਾਟ ਸਾਹਿਬ ਜਿੱਥੇ ਮਹਾਰਾਜ ਜੀ ਨੇ ਨਦੀ ਨਗੀਨਿਆਂ ਦੀ ਭਰੀ ਵਿਖਾਈ, ਗੁਰਦੁਆਰਾ ਬੰਦਾ ਘਾਟ ਸਾਹਿਬ ਜਿੱਥੇ ਮਾਧੋ ਦਾਸ ਬੈਰਾਗੀ ਨੂੰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਗੁਰਬਖਸ਼ ਸਿੰਘ ਨਾਮ ਦਿੱਤਾ, ਆਪਣੇ ਅਸਤਰ ਸ਼ਸਤਰ ਦਿੱਤੇ, 25 ਸਿੰਘ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਨੇ ਪੰਜਾਬ ਦੀ ਧਰਤੀ ਨੂੰ ਤੋਰਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹੋ ਜਿਹਾ ਵਿਜੇ ਰੱਥ ਫੇਰਿਆ, ਸਾਰੀ ਮੁਲਗੁਲ ਸਲਤਨਤ ਰੌਂਦ ਕੇ ਰੱਖ ਦਿੱਤੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ, ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ 14 ਮਹੀਨੇ ਦਾ ਸਮਾਂ ਗੁਰੂਦੇਵ ਨੇ ਨਾਂਦੇੜ ਦੀ ਧਰਤੀ ਤੇ ਬਤੀਤ ਕੀਤਾ। ਤੀਰ ਮਾਰ ਕੇ ਆਪਣਾ ਸਤਜੁਗੀ ਅਸਥਾਨ ਪ੍ਰਗਟ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੋਹਰਾਂ ਵਿਛਾ ਕਰਕੇ ਸਾਰਾ ਨੰਦੇੜ ਸ਼ਹਿਰ ਖਰੀਦ ਲਿਆ। ਮਹਾਰਾਜ ਦੇ ਨਾਮ ਤੇ ਅੱਜ ਵੀ ਸ਼ਹਿਰ ਦਾ ਪਟਾ ਸਤਿਗੁਰੂ ਜੀ ਦੇ ਨਾਮ ਤੇ ਬੋਲਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕੱਤਕ ਸੁਦੀ ਦੂਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਬਖਸ਼ ਕਰਕੇ ਆਪ ਕੱਤਕ ਸੁਦੀ ਪੰਚਮੀ ਨੂੰ ਸੱਚੇ ਪਾਤਸ਼ਾਹ ਜੀ ਨੇ ਫਿਰ ਸੱਚਖੰਡ ਪਿਆਨਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਦੂਸਰੇ ਨੇ ਇਹ ਬਚਨ ਕਹੇ ਹੈ,
ਵਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਪੋਹ ਸੁਦੀ 7ਵੀਂ ਦਾ ਦਿਨ ਹੈ। ਦੇਸ਼ ਦੀ ਧਰਤੀ ਤੇ ਬਹੁਤ ਖੁਸ਼ੀਆਂ ਦੇ ਨਾਲ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੇ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਇਆ ਹੈ। ਸਤਿਗੁਰੂ ਗਰੀਬ ਨਵਾਜ ਰਹਿਮਤ ਕਰਨ ਸਰਬੱਤ ਸੰਗਤਾਂ ਨੂੰ ਜਿੱਥੇ ਵੀ ਕੋਈ ਬੈਠਾ ਸੁਣਦਾ ਹੈ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਵਾਸ ਸਵਾਸ ਵਧਾਈਆਂ ਹੋਣ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਸਤਿਗੁਰੂ ਜੀ ਦਾ ਜੀਵਨ ਇੰਨੇ ਥੋੜ੍ਹੇ ਸਮੇਂ ਵਿੱਚ ਨਹੀਂ ਸੁਣਾਇਆ ਜਾ ਸਕਦਾ। ਬਸ ਅਸੀਂ ਆਨੰਦ ਲਿਆ ਹੈ, ਸੁੱਖ ਲਿਆ ਹੈ ਸਤਿਗੁਰੂ ਜੀ ਦੀ ਯਾਦ ਵਿੱਚ ਜੁੜ ਕਰਕੇ। ਮਹਾਰਾਜ ਜੀ ਸਾਨੂੰ ਪਿਆਰ ਸਿੱਖੀ ਗਰੀਬ ਨਵਾਜ ਬਖਸ਼ਿਸ਼ ਕਰਨ। ਆਓ ਥੋੜ੍ਹੇ ਸਮੇਂ ਵਿੱਚ ਮਹਾਰਾਜ ਦੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੀਏ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਬਖਸ਼ਿਸ਼ ਕਰਦੇ ਹਨ। ਮਾਇਆ ਮਮਤਾ ਮੋਹਣੀ। ਰਾਗ ਸੋਰਠ ਦੀ ਵਾਰ ਵਿੱਚ ਮਹਾਰਾਜ ਜੀ ਦਾ ਬਖਸ਼ਿਆ ਪਵਿੱਤਰ ਉਪਦੇਸ਼। ਮਹਾਰਾਜ ਕਹਿੰਦੇ ਨੇ ਗੁਰਸਿੱਖੋ, ਜਿਹੜੀ ਮਾਇਆ ਦੀ ਮਮਤਾ ਮੇਰ ਹੈ ਨਾ, ਇਹ ਮੋਹਣੀ ਹੈ। ਜਿਵੇਂ ਚੁਬਕ ਆਪਣੇ ਵੱਲ ਨੂੰ ਖਿੱਚਦੀ ਹੈ ਨਾ, ਮਹਾਰਾਜ ਕਹਿੰਦੇ ਐਵੇਂ ਦਿਲ ਨੂੰ ਖਿੱਚ ਪਾਉਂਦੀ ਹੈ ਮਾਇਆ। ਕਿੰਨੀ ਸਿੱਖਿਆ ਉਪਦੇਸ਼ ਸੁਣ ਕੇ ਵੀ ਜੀਵ ਕਿਉਂ ਨਹੀਂ ਅਸਰ ਕਰਦਾ? ਕਿਉਂਕਿ ਮਾਇਆ ਵੱਲ ਦਿਲ ਆਕਰਸ਼ਿਤ ਰਹਿੰਦਾ ਹੈ, ਇਹ ਖਿੱਚ ਪਾਉਂਦੀ ਰਹਿੰਦੀ ਹੈ। ਨਾਮ ਦੀ ਖਿੱਚ ਜਿੰਨਾ ਚਿਰ ਪੈਂਦੀ ਨਹੀਂ, ਉਹ ਤਾਂ ਸੇਵਾ ਸਿਮਰਨ ਅਤੇ ਭਾਵ ਭਗਤੀ ਨਾਲ ਪੈਂਦੀ ਹੈ ਨਾ। ਜੇ ਨਾ ਕਰੇ ਤਾਂ ਫਿਰ ਖਿੱਚ ਪੈਂਦੀ ਨਹੀਂ। ਇੱਕ ਕੋਈ ਸੇਵਕ ਸੀ, ਉਹਦੇ ਕੋਲੋਂ ਲੋਟਾ ਰੋਜ਼ ਸਤਿਪੁਰਖ ਮੰਜਾਇਆ ਕਰਨ। ਕਹਿੰਦਾ ਮਹਾਰਾਜ ਕਿਹੜੇ ਖੜੇ ਪਏ ਹੋ, ਰੋਜ਼ ਮੰਜਾਉਂਦੇ ਹੋ, ਰਹਿਣ ਦਿਓ ਪਰਾਂ, ਇਹਦੇ ਰੋਜ਼ ਮਾਂਜਣ ਕੀ ਲੋੜ ਹੈ? ਕਹਿੰਦੇ ਅੱਛਾ ਚੱਲ ਰਹਿਣ ਦੇ। ਉਹ ਪਿਆ ਰਿਹਾ 6 ਮਹੀਨੇ ਬਾਅਦ ਜੰਗਾਲ ਪੈ ਗਿਆ। ਕਹਿਣ ਲੱਗੇ ਭਈ ਆਹ ਲੋਟੇ ਦੀ ਵੇਖ ਹਾਲਤ ਕਿਹੋ ਜਿਹੀ ਹੋ ਗਈ। ਕਹਿੰਦਾ ਮਹਾਰਾਜ ਕੋਈ ਨਹੀਂ, ਮਾਂਜ ਕੇ ਫਿਰ ਉਹੋ ਜਿਹਾ ਕਰ ਲੈਂਦੇ ਆ। ਕਹਿੰਦੇ ਫਿਰ ਮਾਂਜ। ਇੱਕ ਵਾਰੀ ਮਾਂਜਿਆ ਨਹੀਂ, ਨਿਕਲਿਆ ਚਿੱਟਾ ਜਿੱਦਾਂ ਪਹਿਲਾਂ ਲਿਸ਼ਕਦਾ ਸੀ। ਫਿਰ 2 ਵਾਰੀ 3 ਵਾਰੀ 10 ਵਾਰੀ ਉਹ ਨਿਕਲਿਆ ਹੀ ਨਾ। ਫਿਰ ਰੋਜ਼ ਮਾਂਜਣਾ ਪਿਆ, ਕਈ ਵਾਰ ਮਾਂਜਣਾ ਪਿਆ। ਜਦੋਂ 10-20 ਦਿਨ ਮਹੀਨਾ ਮਾਂਜਿਆ ਨਾ, ਫਿਰ ਉਹਦੀ ਮਸਾਂ ਉਹ ਚਮਕ ਹੌਲੀ ਪਰਤਣ ਲੱਗੀ। ਤੇ ਕਹਿਣ ਲੱਗੇ ਕਿ ਜੇ ਰੋਜ਼ ਨਾ ਬਾਣੀ ਪੜ੍ਹੀਏ, ਰੋਜ਼ ਨਾ ਨਾਮ ਜਪੀਏ, ਇਵੇਂ ਮਨ ਨੂੰ ਜੰਗਾਲ ਪੈ ਜਾਂਦਾ ਹੈ। ਫਿਰ ਮਨ ਦੀ ਭਾਵ ਭਗਤੀ ਦੀ ਚਮਕ ਰਹਿੰਦੀ, ਕਿਉਂਕਿ ਮਾਇਆ ਦੀ ਮੇਰ ਜਿਹੜੀ ਆ ਖਿੱਚ ਮਾਰਦੀ ਹੈ ਅੰਦਰ। ਮਾਇਆ ਖਿੱਚ ਲੈਂਦੀ ਹੈ ਜੀਵ ਨੂੰ, ਫਿਰ ਜੀਵ ਅਧੋਗਤੀ ਨੂੰ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਇਹ ਬਹੁਤ ਜ਼ਿਆਦਾ ਖਿੱਚ ਪਾਉਣ ਵਾਲੀ ਹੈ ਮਾਇਆ। ਜਿਨ ਵਿਣ ਦੰਤਾ ਜਗ ਖਾਇਆ। ਬਿਨਾਂ ਹੀ ਦੰਦਾਂ ਤੋਂ ਸਾਰੇ ਜਗਤ ਨੂੰ ਖਾ ਗਈ ਹੈ, ਗਰਸ ਗਈ ਹੈ। ਮਨਮੁਖ ਖਾਦੇ ਗੁਰਮੁਖ ਉਬਰੇ। ਮਨਮੁਖ ਖਾਦੇ ਗਏ ਹੈ ਜਿਨ੍ਹਾਂ ਨੇ ਮਨ ਦੇ ਹੀ ਆਖੇ ਲੱਗੇ ਹੈ, ਗੁਰੂ ਜੀ ਦਾ ਬਚਨ ਹੀ ਨਹੀਂ ਮੰਨਿਆ। ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖ ਉਭਰ ਜਾਂਦੇ ਆ, ਬਚ ਜਾਂਦੇ ਆ, ਜਿਹੜੇ ਸਤਿਗੁਰੂ ਜੀ ਦੇ ਚਰਨਾਂ ਨਾਲ ਲੱਗ ਜਾਂਦੇ ਆ, ਗੁਰੂ ਸਾਹਿਬ ਦਾ ਬਚਨ ਮੰਨਦੇ ਆ। ਜਿਨੀ ਸੱਚ ਨਾਮ ਚਿਤ ਲਾਇਆ। ਕੌਣ ਨੇ ਗੁਰਮੁਖ? ਜਿਨ੍ਹਾਂ ਨੇ ਸੱਚੇ ਨਾਮ ਨਾਲ ਆਪਣਾ ਚਿੱਤ ਲਾਇਆ ਏ। ਬਿਨ ਨਾਵੈ ਜਗ ਕਮਲਾ ਫਿਰੈ। ਹਜ਼ੂਰ ਕਹਿੰਦੇ ਨਾਮ ਤੋਂ ਬਿਨਾਂ ਸਾਰਾ ਜਗਤ ਹੀ ਸ਼ਦਾਈ ਹੋਇਆ, ਕਮਲਾ ਹੋਇਆ ਫਿਰਦਾ ਏ। ਗੁਰਮੁਖ ਨਦਰੀ ਆਇਆ। ਪਰ ਇਹ ਦ੍ਰਿਸ਼ਟੀ ਲੋਕ ਤਾਂ ਕਹਿੰਦੇ ਅਸੀਂ ਸਿਆਣੇ ਬੜੇ ਆ, ਬਹੁਤ ਮਾਇਆ ਕਮਾ ਰਹੇ ਆ। ਮਹਾਰਾਜ ਕਹਿੰਦੇ ਭਾਈ ਇਹ ਵੀ ਗੁਰਮੁਖਾਂ ਨੂੰ ਦ੍ਰਿਸ਼ਟੀ ਵਿੱਚ ਆਇਆ ਹੈ। ਉਹਨਾਂ ਨੇ ਵੇਖਿਆ ਕਿ ਨਾਮ ਤੋਂ ਬਿਨਾਂ ਸਾਰਾ ਜਗਤ ਹੀ ਕਮਲਾ ਹੈ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ। ਜਿਹੜਾ ਵਿਹਾਰ ਸੰਸਾਰ ਦੇ ਉਹ ਕਿਰਤ ਜ਼ਰੂਰ ਕਰਨੀ ਚਾਹੀਦੀ ਹੈ, ਪਰ ਜੇ ਨਾਮ ਹੀ ਨਾ ਜਪੇ ਤਾਂ ਫਿਰ ਮਹਾਰਾਜ ਕਹਿੰਦੇ ਫਿਰ ਧੰਦਾ ਕਰਦਿਆਂ ਹੋਇਆਂ ਜਨਮ ਸਾਰਾ ਨਿਸਫਲ ਗਵਾਚ ਜਾਂਦਾ, ਚਲਿਆ ਜਾਂਦਾ ਏ। ਸੁਖ ਦਾਤਾ ਮਨ ਨਾ ਵਸਾਇਆ। ਜੇ ਸੁੱਖਾਂ ਦਾ ਦਾਤਾ ਵਾਹਿਗੁਰੂ ਨਹੀਂ ਮਨ ਵਿੱਚ ਵਸਾਉਣਾ ਕੀਤਾ। ਨਾਨਕ ਨਾਮ ਤਿਨਾ ਕਉ ਮਿਲਿਆ। ਹਜ਼ੂਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਨਾਮ ਉਹਨਾਂ ਨੂੰ ਮਿਲਿਆ ਏ ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਦੇ ਧੁਰੋਂ ਹੀ ਮੇਰੇ ਵਾਹਿਗੁਰੂ ਨੇ ਮੱਥੇ ਤੇ ਲੇਖ ਲਿਖ ਕੇ ਨਾਮ ਦਾ ਪਾਇਆ ਏ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ
ਹਜੂਰ ਫਰਮਾਉਂਦੇ ਨੇ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਮਹਾਰਾਜ ਨਾਮ ਮਿਲਦਾ ਕਿੱਥੋਂ ਹੈ? ਸਤਿਗੁਰੂ ਜੀ ਕਹਿੰਦੇ ਨੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਸਤਿਗੁਰੂ ਜੀ ਕਹਿੰਦੇ ਹਿਰਦੇ ਰੂਪੀ ਘਰ ਵਿੱਚ, ਸਰੀਰ ਰੂਪੀ ਘਰ ਦੇ ਵਿੱਚ ਨਾਮ ਰੂਪੀ ਅੰਮ੍ਰਿਤ ਭਰਪੂਰ ਹੈ, ਲਵਾ ਲਵ ਭਰਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ। ਵਾਹਿਗੁਰੂ ਦਾ ਨਾਮ ਜਿਹੜਾ ਹੈ ਦੇਹ ਦੇ ਅੰਦਰ ਹੀ ਹੈ। ਮਹਾਰਾਜ ਕਹਿੰਦੇ ਭਾਈ ਇਹ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਲਵਾ ਲਵ ਭਰਿਆ ਹੋਇਆ ਨਾਮ ਦਾ ਸਰੋਵਰ ਸਮੁੰਦਰ। ਮਨ ਮੁਖਾ ਸਾਧ ਨਾ ਪਾਇਆ। ਪਰ ਮਨ ਮੁਖਾਂ ਨੂੰ ਜਿਨ੍ਹਾਂ ਨੂੰ ਰਸ ਚਿੰਬੜੇ ਹੋਏ ਹੈ ਉਹਨਾਂ ਨੂੰ ਇਹ ਨਾਮ ਦਾ ਸਵਾਦ ਨਹੀਂ ਆਇਆ, ਉਹਨਾਂ ਨੇ ਨਹੀਂ ਪਾਇਆ ਹੈ। ਜਿਉ ਕਸਤੂਰੀ ਮਿਰਗ ਨਾ ਜਾਣੈ। ਮਹਾਰਾਜ ਪ੍ਰਮਾਣ ਦੇ ਕੇ ਕਹਿੰਦੇ ਜਿਵੇਂ ਭਾਈ ਕਸਤੂਰੀ ਵਾਲਾ ਮਿਰਗ ਹਿਰਨ ਹੁੰਦਾ ਨਾ, ਇਹ ਹੇਮਕੁੰਟ ਸਾਹਿਬ ਵੱਲ ਹੁੰਦੇ ਆ। ਸਾਰਿਆਂ ਹਿਰਨਾਂ ਦੇ ਨਾਪੇ 'ਚ ਕਸਤੂਰੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕਸਤੂਰੀ ਨੂੰ, ਖੁਸ਼ਬੂ ਨੂੰ ਮਿਰਗ ਨਹੀਂ ਜਾਣਦਾ ਹਿਰਨ। ਭਰਮਦਿਆਂ ਭਰਮ ਭੁਲਾਇਆ। ਭਰਮਦਿਆਂ ਕਿੱਥੇ? ਭਰਮ ਦਾ ਭਰਮ ਭੁਲਾਇਆ। ਤੇ ਭਰਮ ਵਿੱਚ ਪੈ ਕਰਕੇ ਮਹਾਰਾਜ ਕਹਿੰਦੇ ਭਾਈ ਭੁਲੇਖੇ ਦਾ ਸ਼ਿਕਾਰ ਹੋ ਗਿਆ ਕਿ ਖੁਸ਼ਬੂ ਸ਼ਾਇਦ ਝਾੜੀਆਂ 'ਚ ਆਉਂਦੀ ਹੈ, ਇੱਧਰ ਉੱਧਰ ਭਟਕਦਾ ਹੀ ਤੜਫਦਾ ਮਰ ਜਾਂਦਾ ਪਰ ਖੁਸ਼ਬੂ ਨਹੀਂ ਮਿਲਦੀ। ਮਹਾਰਾਜ ਕਹਿੰਦੇ ਐਵੇਂ ਜੀਵ ਭਰਮ ਵਿੱਚ ਪਿਆ ਹੋਇਆ ਸੋਚਦਾ ਕਿ ਪਦਾਰਥ ਬਾਹਲੇ ਇਕੱਠੇ ਕਰ ਲਏ ਤੇ ਫਿਰ ਆਨੰਦ ਹੋਊਗਾ, ਬਹੁਤ ਮਾਇਆ ਆ ਗਈ ਤੇ ਬਸ ਫਿਰ ਤਾਂ ਸੁਖੀ ਹੋਵਾਂਗੇ। ਮਹਾਰਾਜ ਕਹਿੰਦੇ ਭਾਈ ਇਹ ਭਰਮ ਦਾ ਭੁਲੇਖੇ ਦਾ ਸ਼ਿਕਾਰ ਹੋ ਗਿਆ ਤੇ ਫਿਰ ਇਸ ਤਰ੍ਹਾਂ ਭੁੱਲ ਗਿਆ ਨਾਮ ਨੂੰ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ। ਵਾਹਿਗੁਰੂ। ਅੰਮ੍ਰਿਤ ਤਜ ਬਿਖ ਸੰਗ੍ਰਹਿ। ਅੰਮ੍ਰਿਤ ਨਾਮ ਨੂੰ ਤਜ ਕੇ ਛੱਡ ਕੇ ਤੇ ਪਦਾਰਥਾਂ ਰੂਪੀ ਮਾਇਆ ਰੂਪੀ ਜ਼ਹਿਰ ਨੂੰ ਇਕੱਠਿਆਂ ਕਰਦਾ ਰਹਿੰਦਾ ਏ। ਕਰਤੈ ਆਪ ਖੁਆਇਆ। ਵਾਹਿਗੁਰੂ ਨੇ ਆਪ ਹੀ ਆਪਣੇ ਵੱਲੋਂ ਭੁਲਾ ਛੱਡਿਆ ਏ। ਗੁਰਮੁਖ ਵਿਰਲੇ ਸੋਜੀ ਪਈ। ਧੰਨ ਹਨ ਗੁਰਮੁਖ ਜਿੰਨੇ ਵਿਰਲੇ ਐ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਜੀਵਨ ਦੇ ਜਿਉਣ ਦੀ ਸੋਝੀ ਅਕਲ ਆ ਗਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਉਹਨਾਂ ਨੂੰ ਅੰਦਰੋਂ ਹੀ ਵਾਹਿਗੁਰੂ ਜੀ ਨੇ ਆਪਣਾ ਸਰੂਪ ਦਿਖਾ ਦਿੱਤਾ। ਤਨ ਮਨ ਸੀਤਲ ਹੋਇਆ। ਉਹਨਾਂ ਦਾ ਤਨ ਤੇ ਮਨ ਸੀਤਲ ਹੋ ਠੰਡਾ ਹੋ ਜਾਂਦਾ ਏ। ਰਸਨਾ ਹਰ ਸਾਧ ਆਇਆ। ਰਸਨਾ ਦੇ ਨਾਲ ਹਰੀ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ। ਵਕਾਰਾਂ ਦੀ ਅੱਗ ਤੋਂ ਮਨ ਵੀ ਤੇ ਤਨ ਸਰੀਰ ਵੀ ਸੀਤਲ ਠੰਡਾ ਹੋ ਜਾਂਦਾ ਹੈ, ਸਵਾਦ ਆ ਜਾਂਦਾ ਹੈ ਨਾਮ ਦਾ। ਸਬਦੇ ਹੀ ਨਾਉ ਉਪਜੈ। ਮਹਾਰਾਜ ਕਹਿੰਦੇ ਸ਼ਬਦ ਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਭਾਈ ਨਾਮ ਉਪਜ ਪੈਂਦਾ ਅੰਦਰ। ਸਬਦੇ ਮੇਲ ਮਿਲਾਇਆ। ਗੁਰੂ ਜੀ ਦੇ ਸ਼ਬਦ ਦੁਆਰਾ ਹੀ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾ ਲੈਂਦੇ ਆ। ਬਿਨ ਸ਼ਬਦੈ ਸਭ ਜਗ ਬਾਉਰਾਨਾ। ਬਿਨਾਂ ਸ਼ਬਦ ਦੀ ਕਮਾਈ ਤੋਂ ਸਾਰਾ ਜਗਤ ਹੀ ਕਮਲਾ ਏ। ਬਿਰਥਾ ਜਨਮ ਗਵਾਇਆ। ਜਨਮ ਵਿਅਰਥ ਮਹਾਰਾਜ ਕਹਿੰਦੇ ਚਲਿਆ ਜਾਂਦਾ ਹੈ। ਅੰਮ੍ਰਿਤ ਏਕੋ ਸ਼ਬਦ ਹੈ। ਅੰਮ੍ਰਿਤ ਵਰਗਾ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਇੱਕੋ ਇੱਕ ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਹੈ। ਨਾਨਕ ਗੁਰਮੁਖ ਪਾਇਆ। ਮਹਾਰਾਜ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਕੇ ਮੁਖੀ ਗੁਰੂ ਜੀ ਤੋਂ, ਗੁਰੂ ਨਾਨਕ ਸਾਹਿਬ ਤੋਂ ਭਾਈ ਪਾਇਆ ਜਾਂਦਾ ਏ। ਪੌੜੀ। ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਆ। ਸੋ ਹਰ ਪੁਰਖ ਅਗੰਮ ਹੈ। ਮਹਾਰਾਜ ਕਹਿੰਦੇ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਮਨ ਦੀ ਪਹੁੰਚ ਤੋਂ ਪਰੇ ਹੈ। ਕਹੋ ਕਿਤ ਬਿਦ ਪਾਈਐ। ਇਹ ਪ੍ਰਸ਼ਨ ਹੈ ਮਹਾਰਾਜ ਫਿਰ ਕਿਸ ਤਰ੍ਹਾਂ ਵਾਹਿਗੁਰੂ ਜੀ ਨੂੰ ਪਾਉਣਾ ਕਰੀਏ। ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ। ਮਹਾਰਾਜ ਉਸ ਵਾਹਿਗੁਰੂ ਦਾ ਰੂਪ ਕੀ ਹੈ, ਰੇਖ ਮੱਛ ਕਛ ਰੇਖਾ ਕੀ ਹੈ, ਜੋ ਅਦ੍ਰਿਸ਼ਟ ਹੈ, ਦੇਖਿਆ ਨਹੀਂ ਜਾਂਦਾ। ਮਹਾਰਾਜ ਉਸ ਦੀ ਬਾਬਤ ਕਹਿਣਾ ਕਰੋ, ਦੱਸਣਾ ਕਰੋ। ਜਨ ਕਿਉ ਧਿਆਈਐ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜਨ ਜਿਹੜੇ ਆ ਪਿਆਰਿਓ ਕਿਵੇਂ ਧਿਆਨ ਕਰਨ, ਕਿਵੇਂ ਧਿਆਉਣਾ ਕਰਨ। ਮਹਾਰਾਜ ਉੱਤਰ ਦਿੰਦੇ ਆ। ਨਿਰੰਕਾਰ ਨਿਰੰਜਨ ਹਰ ਅਗੰਮ। ਨਿਰੰਕਾਰ ਨਿਰੰਜਨ ਹਰ ਅਗਮ। ਫਿਰ ਇਹ ਪ੍ਰਸ਼ਨ ਰੂਪ ਹੈ, ਅੱਗੇ ਮਹਾਰਾਜ ਉੱਤਰ ਬਖਸ਼ਿਸ਼ ਕਰਨਗੇ ਕਿ ਉਹ ਨਿਰੰਕਾਰ ਆਕਾਰ ਤੋਂ ਰਹਿਤ ਹੈ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਹ ਹਰੀ ਮਨ ਦੀ ਪਹੁੰਚ ਤੋਂ ਪਰੇ ਹੈ। ਕਿਆ ਕਹਿ ਗੁਣ ਗਾਈਐ। ਕੀ ਕਹਿ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਮਹਾਰਾਜ ਜੀ ਹੁਣ ਉੱਤਰ ਦਿੰਦੇ ਆ। ਜਿਸ ਆਪ ਬੁਝਾਏ ਆਪ। ਮਹਾਰਾਜ ਕਹਿੰਦੇ ਜਿਹਨੂੰ ਮੇਰਾ ਵਾਹਿਗੁਰੂ ਆਪ ਬੁਝਾ ਦਿੰਦਾ ਨਾ, ਜਣਾ ਦਿੰਦਾ, ਭਾਵੇਂ ਉਹਦਾ ਰੂਪ ਨਹੀਂ, ਮੱਛ ਕਛ ਰੇਖਾ ਨਹੀਂ, ਅਦ੍ਰਿਸ਼ ਹੈ, ਪਰ ਉਹਦੇ ਲਈ ਉਹ ਮਹਾਰਾਜ ਕਹਿੰਦੇ ਦ੍ਰਿਸ਼ਮਾਨ ਹੋ ਜਾਂਦਾ ਹੈ। ਨਾਨਕ ਅੱਖਰ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ। ਉਹ ਪਿਆਰ ਦੀਆਂ
ਪੂਰੈ ਵਿਖਾਲਿਆ। ਇਹ ਪੂਰਨ ਗੁਰੂ ਸਾਹਿਬ ਜੀ ਪਰਮਾਰਥ ਦਾ ਰਾਹ ਵਿਖਾਉਂਦੇ ਆ। ਪੂਰਨ ਗੁਰੂ ਸਾਹਿਬ ਜੀ ਅਦ੍ਰਿਸ਼ ਪਰਮੇਸ਼ਰ ਦੇ ਤਾਈਂ ਦਿਖਾਲ ਦਿੰਦੇ ਆ। ਗੁਰ ਸੇਵਾ ਪਾਈਐ। ਅਖੀਰਲੀ ਪੰਕਤੀ ਵਿੱਚ ਮਹਾਰਾਜ ਉੱਤਰ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਜੇ ਪਾਈਦਾ ਨਾ ਵਾਹਿਗੁਰੂ ਨੂੰ ਤੇ ਉਹ ਗੁਰੂ ਸਾਹਿਬ ਜੀ ਦੀ ਟਹਿਲ ਕਰਕੇ ਪਾਈਦਾ ਹੈ। ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਮਹਾਰਾਜ ਕਹਿੰਦੇ ਗੁਰੂ ਜੀ ਦੀ ਸੇਵਾ ਕਰਕੇ ਹਜੂਰ ਨੇ ਆਪ ਕਿੱਡੀ ਵੱਡੀ ਸੇਵਾ ਕੀਤੀ ਹੈ। ਗੁਰੂਦੇਵ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਹਜੂਰ ਕਹਿੰਦੇ ਨੇ ਜੇ ਅਦ੍ਰਿਸ਼ ਪਰਮਾਤਮਾ ਨੂੰ ਵਾਹਿਗੁਰੂ ਨੂੰ ਵੇਖਣਾ ਤੇ ਭਾਈ ਫਿਰ ਗੁਰੂ ਵਾਲੇ ਬਣੋ। ਗੁਰੂ ਸਾਹਿਬ ਦੀ ਸੇਵਾ ਵਿੱਚ ਆਪਣਾ ਤਨ ਮਨ ਧਨ ਖਰਚ ਕਰ ਦਿਓ। ਮਹਾਰਾਜ ਕਹਿੰਦੇ ਪੂਰੇ ਗੁਰੂ ਜੀ ਵਿਖਾਲ ਸਕਦੇ ਆ। ਇਹ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਰਹਿਮਤ ਕਰਨ ਤੇ ਸਰੀਰ ਸਭ ਦੇ ਥੱਕੇ ਹੋਏ ਜੇ ਸਭ ਨੂੰ ਪਾਇਆ ਤੇ ਸ਼ਾਮ ਨੂੰ ਕੀਰਤਨ ਦੀ ਹਾਜ਼ਰੀ ਲਾਵਾਂਗੇ। ਹੁਣ ਤਾਂ ਨਹੀਂ ਲੱਗ ਸਕਣੀ ਤੇ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਜਿਵੇਂ ਆਗਿਆ ਕਰਨਗੇ। ਜੇ ਸਭ ਦਾ ਗੁਰਮਤਾ ਹੋਇਆ ਤੇ ਫਿਰ ਸ਼ਾਮ ਨੂੰ ਦੀਵਾਨ ਸਜਾ ਲਾਂਗੇ। ਤਾਂ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਇੰਨੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨੀ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ। ਗੁਰ ਪੂਰੈ ਵਿਖਾਲਿਆ ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹੋ ਵਾਹੋ ਸਤਿ ਸ੍ਰੀ ਅਕਾਲ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਆਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ 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 ਗੋਬਿੰਦ ਸਿੰਘ ਜੀ। ਬਾਜਾਂ 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 ਵਾਲੇ ਗੋਬਿੰਦ ਸਿੰਘ ਜੀ। ਫੌਜਾਂ 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 ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ 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 ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।